परम सत्कारयोग उपस्थित साध संगत जी, सब अपनी अपनी रसना नूं पवित्र करिए। गज के आखिए धन श्री सतगुरु हरि सिंह जी। नामधारी हिरदे सम्राट सतगुरु नूं याद करिए। सब गज के आखिए धन श्री सतगुरु जगजीत सिंह जी। तुसीं हाजिर नाजिर सब थां हो, सतगुर उदय सिंह प्यारे जी। है मिहर तुसां दी संगत ते संगत है तुसां सहारे जी। सब गज के आखिए धन श्री सतगुरु उदय सिंह जी। साध संगत जी, आप जी श्री सतगुरु हरि सिंह ਦਾ ਇਤਿਹਾਸ ਸਰਵਣ ਕਰ ਰਹੇ ਸੀ। ਇਤਿਹਾਸ ਇੱਥੇ ਪਹੁੰਚ ਚੁੱਕਾ ਸੀ ਕਿ ਜਿਹੜੇ ਸਿੱਖ ਨੇ ਹੁਣ ਸੱਚ ਪਾਤਸ਼ਾਹ ਦੇ ਦਰਸ਼ਨ ਕਰਦੇ ਨੇ। ਪੁਲਿਸ ਦੀ ਸਖਤਾਈ ਘਟ ਗਈ ਅੱਗੇ ਨਾਲੋਂ। ਪਹਿਲਾਂ ਤੇ 5 ਸਿੱਖ ਆਉਂਦੇ ਸਨ, ਹੁਣ 10-10 ਆਉਣ ਲੱਗ ਗਏ ਨੇ। ਪਹਿਲਾਂ ਦਰਸ਼ਨ ਕਰਕੇ ਸਿੱਖਾਂ ਨੂੰ ਭੇਜ ਦਿੱਤਾ ਜਾਂਦਾ ਸੀ, ਹੁਣ ਸਿੱਖ ਇੱਕ ਦਿਨ ਰਹਿਣ ਲੱਗ ਗਏ ਨੇ। ਭਾਵ 24 ਘੰਟੇ ਉਹ ਰਹਿ ਸਕਦੇ ਨੇ ਸਤਿਗੁਰੂ ਹਰੀ ਸਿੰਘ ਦੇ ਚਰਨਾਂ ਵਿੱਚ। ਜਿਹੜਾ ਆਪਣਾ ਸਰੋਵਰ ਹੈ ਰਾਮਸਰ ਵਾਲਾ, ਇਹ ਸਰੋਵਰ ਜਿਹੜਾ ਸੀ, ਇਹਦਾ ਨਾਂ ਸੀ ਪਹਿਲਾਂ, ਇਸ ਥਾਂ 'ਤੇ ਇੱਕ ਛੱਪੜ ਹੋਇਆ ਕਰਦਾ ਸੀ। ਕੁੱਪ ਹੁੰਦੇ ਸਨ, ਜਿੱਦਾਂ ਅੱਜ ਕੱਲ੍ਹ ਦੇ ਬੱਚਿਆਂ ਨੇ ਸ਼ਾਇਦ ਨਹੀਂ ਵੇਖਿਆ ਹੋਵੇਗਾ, ਜਿਹਦੇ ਵਿੱਚ ਦਾਣੇ ਭਰ ਕੇ ਅਤੇ ਫਿਰ ਉਹਨਾਂ ਨੂੰ ਕਵਰ ਕਰਕੇ ਰੱਖ ਦਿੱਤਾ ਜਾਂਦਾ ਸੀ। ਉਹਨਾਂ ਨੂੰ ਕੁੱਪ ਆਖਿਆ ਜਾਂਦਾ ਸੀ। ਇਹਨੂੰ ਕੁੱਪਾਂ ਵਾਲਾ ਛੱਪੜ ਵੀ ਆਖਿਆ ਜਾਂਦਾ ਸੀ ਇਸ ਸਰੋਵਰ ਨੂੰ। ਇੱਥੇ ਜਿਹੜਾ ਸਰੋਵਰ ਸੀ, ਇਹਦੇ ਆਲੇ ਦੁਆਲੇ ਲੋਕ ਕੁੱਪ ਲਾ ਕੇ ਰੱਖਦੇ ਸਨ, ਇਸ ਕਰਕੇ ਇਹਨੂੰ ਕੁੱਪਾਂ ਵਾਲਾ ਛੱਪੜ ਆਖਦੇ ਸਨ। ਜਿਹੜੇ ਕੋਲ ਦਰਖਤ ਨੇ, ਜਿਹੜਾ ਭੈਣੀ ਸਾਹਿਬ ਦੇ ਵਿੱਚ ਤੁਸੀਂ ਦੇਖਦੇ ਹੋ, ਸਰੋਵਰ ਅਤੇ ਹਰੀ ਮੰਦਰ ਦੇ ਕੋਲ ਬੋਰਡ ਲੱਗਾ ਹੈ, ਉੱਥੇ ਨਾਲ ਇੱਕ ਹੋਰ ਵੱਡਾ ਦਰਖਤ ਲੱਗਾ ਸੀ, ਸ਼ਾਇਦ ਹੁਣ ਹੋਵੇਗਾ ਹਾਲੇ ਵੀ। ਉਹ ਸਾਰਿਆਂ ਨੂੰ ਸਤਿਗੁਰੂ ਰਾਮ ਸਿੰਘ ਜੀ ਨੇ ਆਪ ਮਸ਼ਕ ਨਾਲ ਪਾਣੀ ਭਰ ਭਰ ਕੇ ਪਾ ਕੇ ਉਹਨਾਂ ਨੂੰ ਵੱਡਿਆਂ ਕੀਤਾ, ਉਹਨਾਂ ਦੀ ਦੇਖਭਾਲ ਕੀਤੀ ਹੈ। ਸਤਿਗੁਰੂ ਹਰੀ ਸਿੰਘ ਜੀ ਨੇ ਆਖਿਆ ਕਿ ਇਹ ਸਾਡਾ ਸਰੋਵਰ ਆ। ਪਿੰਡ ਵਾਲਿਆਂ ਨੇ ਆਖਿਆ ਇਹ ਨਹੀਂ ਜੀ, ਸਾਡਾ ਆ। ਸੱਚ ਪਾਤਸ਼ਾਹ ਜੀ ਬੜਾ ਹੁਕਮ ਕੀਤਾ ਕਿ ਇਹ ਮੇਰੇ ਭਾਈ ਸਤਿਗੁਰੂ ਰਾਮ ਸਿੰਘ ਜੀ ਨੇ ਇਹਦੇ ਵਿੱਚ ਆਪ ਪਾਣੀ ਪਾ ਕੇ ਇਹ ਦਰਖਤਾਂ ਨੂੰ ਲਾਇਆ, ਪਰ ਪਿੰਡ ਵਾਲੇ ਕਿਸੇ ਵੀ ਗੱਲ ਨੂੰ ਨਾ ਮੰਨੇ। ਸਤਿਗੁਰੂ ਹਰੀ ਸਿੰਘ ਜੀ ਨੇ ਬਚਨ ਕੀਤਾ, ਸਾਡਾ ਇੱਥੇ ਇੱਕ ਖੂਹ ਵੀ ਹੈਗਾ ਹੈ। ਪਿੰਡ ਵਾਲੇ ਕਹਿੰਦੇ ਜੀ ਖੂਹ ਵੀ ਨਹੀਂ ਹੈਗਾ। ਇਹ ਜਿਹੜਾ ਰੌਲਾ ਸੀ ਇਹ ਵੱਧਦਾ ਤਹਿਸੀਲਦਾਰ ਕੋਲ ਗਿਆ। ਲੁਧਿਆਣੇ ਤੋਂ ਤਹਿਸੀਲਦਾਰ ਆਪ ਆਇਆ। ਜਿਹੜਾ ਖੂਹ ਸੀ, ਮੈਂ ਇੱਕ ਦਿਨ ਅੱਗੇ ਵੀ ਅਰਜ਼ ਕੀਤੀ ਸੀ, ਸਿੱਖ ਰਾਤ ਨੂੰ ਖੂਹ ਪੱਟਦੇ ਸੀ ਸਰੋਵਰ ਦੇ ਲਾਗੇ ਇਸ਼ਨਾਨ ਪਾਣੀ ਕਰਨ ਲਈ, ਉਹਦੇ ਵਿੱਚ ਜਲ ਲੈਣ ਲਈ ਖੂਹ ਪੱਟਣਾ ਅਤੇ ਸਵੇਰੇ ਉਹਦੇ ਉੱਤੇ ਝਾੜੀਆਂ ਰੱਖ ਕੇ ਅਤੇ ਫਿਰ ਆ ਜਾਣਾ। ਪਿੰਡ ਵਾਲਿਆਂ ਨੂੰ ਜਾਂ ਕਿਸੇ ਜਿਹੜੇ ਪੁਲਿਸ ਬੈਠੀ ਸੀ, ਗਾਰਦ ਬੈਠੀ ਸੀ ਭੈਣੀ ਸਾਹਿਬ ਦੇ ਬਾਹਰ, ਕਿਸੇ ਨੂੰ ਵੀ ਨਹੀਂ ਸੀ ਇਸ ਗੱਲ ਦਾ ਪਤਾ ਕਿ ਇਹ ਖੂਹ ਇੱਥੇ ਲਾ ਰਹੇ ਨੇ ਸਿੱਖ। ਸਿੱਖਾਂ ਨੇ ਜਦੋਂ ਪਤਾ ਲੱਗਾ ਕਿ ਹੁਣ ਅਗਲੇ ਦਿਨ ਸਵੇਰੇ ਤਹਿਸੀਲਦਾਰ ਆਏਗਾ, ਉਹ ਆਣ ਕੇ ਵੇਖੇਗਾ ਕਿ ਇਹ ਜਿਹੜੀ ਨਿਸ਼ਾਨੀ ਸਤਿਗੁਰੂ ਹਰੀ ਸਿੰਘ ਜੀ ਦੱਸ ਰਹੇ ਨੇ ਕਿ ਇੱਥੇ ਸਾਡਾ ਖੂਹ ਵੀ ਹੈ, ਉਹ ਨਾਲ ਸੱਚ ਪਾਤਸ਼ਾਹ ਜੀ ਜਦੋਂ ਇਹ ਗੱਲ ਹੋ ਗਈ ਇਸ ਤਰ੍ਹਾਂ ਜ਼ਿਆਦਾ ਕਿ ਸਿੱਖਾਂ ਨੇ ਫਿਰ ਰਾਤੋਂ ਰਾਤ ਉਸ ਖੂਹ ਨੂੰ ਕੰਪਲੀਟ ਕੀਤਾ ਅਤੇ ਦਿਨ ਚੜ੍ਹਦਿਆਂ ਨੂੰ ਖੂਹ ਕੰਪਲੀਟ ਹੋ ਗਿਆ। ਉਸੇ ਤਰ੍ਹਾਂ ਹੀ ਫਿਰ ਉਹਦੇ ਉੱਤੋਂ ਝਾੜੀਆਂ ਰੱਖ ਕੇ ਅਤੇ ਸਿੱਖ ਆ ਗਏ। ਸਵੇਰੇ ਤਹਿਸੀਲਦਾਰ ਆਇਆ, ਪਿੰਡ ਦੇ ਲੋਕ ਆਏ, ਸਤਿਗੁਰੂ ਹਰੀ ਸਿੰਘ ਜੀ ਆਏ। ਉਹਨਾਂ ਨੇ ਆਖਿਆ ਜੀ ਪਹਿਲਾਂ ਤਾਂ ਖੂਹ ਵਿਖਾਓ ਆਪਣਾ। ਸਤਿਗੁਰੂ ਹਰੀ ਸਿੰਘ ਜੀ ਉਹ ਝਾੜੀਆਂ ਪਰੇ ਕਰਕੇ ਅਤੇ ਖੂਹ ਵਿਖਾ ਦਿੱਤਾ ਕਿ ਆਹ ਸਾਡਾ ਖੂਹ ਹੈ। ਪਿੰਡ ਵਾਲੇ ਬੜੇ ਹੈਰਾਨ ਕਿ ਪਹਿਲਾਂ ਤਾਂ ਨਹੀਂ ਸੀ, ਇਹ ਰਾਤੋਂ ਰਾਤ ਕਿੱਥੋਂ ਇਹਨਾਂ ਨੇ ਖੂਹ ਬਣਾ ਕੇ ਲਾ ਦਿੱਤਾ ਇੱਥੇ। ਉਹ ਖੂਹ ਵਿਖਾਇਆ। ਰਾਤ ਸਤਿਗੁਰੂ ਹਰੀ ਸਿੰਘ ਜੀ ਬਹੁਤ ਚਿੰਤਾ ਵਿੱਚ ਸਨ ਕਿ ਸਵੇਰੇ ਕਿਸ ਤਰ੍ਹਾਂ ਦੱਸਾਂਗੇ ਕਿ ਇਹ ਰਾਮ ਸਰੋਵਰ ਜਿਹੜਾ ਹੈ ਇਹ ਸਾਡਾ ਆ। ਸੱਚ ਪਾਤਸ਼ਾਹ ਜੀ ਬਹੁਤ ਚਿੰਤਾ ਵਿੱਚ ਸਨ ਅਤੇ ਸਤਿਗੁਰੂ ਰਾਮ ਸਿੰਘ ਜੀ ਦਰਸ਼ਨ ਦੇ ਕੇ ਹੁਕਮ ਕੀਤਾ ਕਿ ਤੁਸੀਂ
ਇਸ ਸਰੋਵਰ ਨੂੰ ਫਲਾਣੇ ਪਾਸਿਓਂ ਪੁੱਟੋਗੇ ਤੇ ਤੁਹਾਨੂੰ ਉਹਦੇ ਵਿੱਚੋਂ, ਪਹਾੜ ਵਾਲੇ ਪਾਸਿਓਂ ਪੁੱਟੋਗੇ ਤੇ ਤੁਹਾਨੂੰ ਉਹਦੇ ਵਿੱਚੋਂ ਹਵਨ ਕੁੰਡ ਮਿਲੇਗਾ, ਉਹਦੇ ਵਿੱਚੋਂ ਥਿੰਦੇ ਕੋਲੇ ਮਿਲਣਗੇ। ਇਹ ਸਤਿਗੁਰੂ ਰਾਮ ਸਿੰਘ ਜੀ, ਸਤਿਗੁਰੂ ਹਰੀ ਸਿੰਘ ਜੀ ਨੂੰ ਨਿਸ਼ਾਨੀਆਂ ਦੱਸ ਦਿੱਤੀਆਂ ਕਿ ਅਸੀਂ ਇੱਥੇ ਜਦੋਂ ਭਗਵਾਨ ਰਾਮਚੰਦਰ ਜੀ ਦੇ ਵੇਲੇ ਇੱਥੇ ਆਏ ਸੀਗੇ, ਉਦੋਂ ਆਣ ਕੇ ਹਵਨ ਕੀਤਾ ਸੀ, ਤੁਹਾਨੂੰ ਥੱਲਿਓਂ ਨਿਸ਼ਾਨੀਆਂ ਮਿਲ ਜਾਣਗੀਆਂ। ਉਹੀ ਬਚਨ ਜਿਹੜਾ ਸਤਿਗੁਰੂ ਰਾਮ ਸਿੰਘ ਜੀ ਕੀਤਾ ਸੀ, ਸਵੇਰੇ ਸਤਿਗੁਰੂ ਹਰੀ ਸਿੰਘ ਜੀ ਨੇ ਨਿਸ਼ਾਨੀ ਵਜੋਂ ਉਸ ਤਹਿਸੀਲਦਾਰ ਨੂੰ ਆਖਿਆ ਕਿ ਆਹ ਖੂਹ ਸਾਡਾ ਹੈ, ਆਹ ਦਰਖਤ ਸਤਿਗੁਰੂ ਰਾਮ ਸਿੰਘ ਜੀ ਨੇ ਲਾਏ ਨੇ, ਆਪ ਪਾਣੀ ਪਾਇਆ, ਉਹਨਾਂ ਨੂੰ ਤਿਆਰ ਕੀਤਾ ਹੈ, ਅਤੇ ਇੱਥੇ ਫਲਾਣੀ ਥਾਂ ਤੋਂ ਪੁੱਟੋਗੇ ਤੁਹਾਨੂੰ ਹਵਨ ਕੁੰਡ ਮਿਲੇਗਾ। ਅਸੀਂ ਇੱਥੇ ਹਵਨ ਕੀਤਾ, ਸਾਡੀਆਂ ਨਿਸ਼ਾਨੀਆਂ ਥੱਲੇ ਦੱਬੀਆਂ ਪਈਆਂ ਨੇ। ਤਹਿਸੀਲਦਾਰ ਅਤੇ ਪਿੰਡ ਵਾਲੇ ਜਿਹੜੇ ਸੀਗੇ ਉਹ ਬੜੇ ਹੈਰਾਨ ਹੋਏ ਅਤੇ ਉਹਨਾਂ ਨੇ ਤਹਿਸੀਲਦਾਰ ਦੇ ਸਾਹਮਣੇ ਉਹ ਜਗ੍ਹਾ ਪਟਾਉਣੀ ਸ਼ੁਰੂ ਕੀਤੀ। ਜਗ੍ਹਾ ਪਟਾਈ ਅਤੇ ਜਿਸ ਵਿੱਚੋਂ ਤਿਕੋਣਾ ਹਵਨ ਕੁੰਡ ਨਿਕਲਿਆ, ਥਿੰਦੇ ਕੋਲੇ ਨਿਕਲੇ, ਜਿਨ੍ਹਾਂ ਵਿੱਚੋਂ ਤੁਸੀਂ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਉਪਦੇਸ਼ ਵਿੱਚ ਸੁਣਿਆ ਹੋਏਗਾ, ਸੱਚ ਪਾਤਸ਼ਾਹ ਜੀ ਹੁਕਮ ਕਰਦੇ ਸਨ ਕਿ ਮੈਂ ਬਹੁਤ ਛੋਟਾ ਜਿਹਾ ਸੀ, ਬਹੁਤੀ ਸੰਭਾਲ ਨਹੀਂ ਮੈਨੂੰ, ਪਰ ਮੈਨੂੰ ਇੰਨਾ ਯਾਦ ਆ ਕਿ ਜਦੋਂ ਉਹ ਹਵਨ ਕੁੰਡ ਨਿਕਲਿਆ ਅਤੇ ਉਹ ਉੱਥੇ ਸਿੱਖ ਜਿਹੜੇ ਸਨ ਉਹ ਕੱਢ ਕੇ ਅਤੇ ਉਹਨੂੰ ਮਿਹਨਤੀ ਕਰ ਰਹੇ ਸਨ, ਹੱਥਾਂ ਦੇ ਨਾਲ, ਗਿੱਠਾਂ ਨਾਲ ਨਾਪ ਰਹੇ ਸਨ ਕਿ ਇਸ ਕੋਣੇ ਤੋਂ ਦੂਸਰਾ ਕੋਣਾ ਇੰਨੀਆਂ ਗਿੱਠਾਂ ਆ, ਦੂਸਰੇ ਕੋਣੇ ਤੋਂ ਤੀਸਰਾ ਕੋਣਾ ਉਹ ਇੰਨੀਆਂ ਗਿੱਠਾਂ ਨੇ। ਇਸ ਤਰ੍ਹਾਂ ਸਿੱਖ ਨਾਪ ਕੇ ਸੱਚ ਪਾਤਸ਼ਾਹ ਜੀ ਹੁਕਮ ਕੀਤਾ। ਮੈਨੂੰ ਇੰਨਾ ਯਾਦ ਆ ਜਿਹੜੇ ਥਿੰਦੇ ਕੋਲੇ ਨਿਕਲੇ ਸਨ ਉਹਦੇ ਵਿੱਚੋਂ ਸਮੱਗਰੀ ਦੀ ਅਜੇ ਵੀ ਸਮੈਲ ਆ ਰਹੀ ਸੀ, ਖੁਸ਼ਬੂ ਆ ਰਹੀ ਸੀ। ਇਹ ਬੜੀ ਔਖੀ ਗੱਲ ਆ ਕਿ ਇੰਨੇ ਸਾਲਾਂ ਬਾਅਦ ਕੋਲੇ ਨਿਕਲੇ ਹੋਣ, ਕਿੰਨੇ ਹਜ਼ਾਰ ਸਾਲ ਹੋ ਗਏ ਨੇ, ਅਤੇ ਉਹ ਜਦੋਂ ਕੋਲੇ ਨਿਕਲੇ ਅਤੇ ਉਹਨਾਂ ਵਿੱਚੋਂ ਖੁਸ਼ਬੂ ਆ ਰਹੀ ਸੀ। ਜਦੋਂ ਇਹ ਨਿਸ਼ਾਨੀਆਂ ਨਿਕਲੀਆਂ, ਪਿੰਡ ਵਾਲੇ ਚੁੱਪ ਕਰ ਗਏ। ਤਹਿਸੀਲਦਾਰ ਨੇ ਲਿਖ ਕੇ ਦੇ ਦਿੱਤਾ ਕਿ ਇਹ ਅੱਜ ਤੋਂ ਬਾਅਦ ਸਰੋਵਰ ਜਿਹੜਾ ਆ ਉਹ ਡੇਰੇ ਦਾ ਹੋ ਗਿਆ, ਭਾਵ ਸਤਿਗੁਰੂ ਹਰੀ ਸਿੰਘ ਜੀ ਦਾ ਹੋ ਗਿਆ। ਫਿਰ ਸਿੱਖਾਂ ਨੇ ਉੱਥੇ ਉਹਨੂੰ ਕਾਰ ਕੱਢੀ, ਉਹਦੇ ਵਿੱਚ ਉਹਨੂੰ ਹੋਰ ਡੂੰਘਾ ਕੀਤਾ, ਹੋਰ ਸਾਫ ਸੁਥਰਾ ਕੀਤਾ, ਅਤੇ ਉਹ ਤਹਿਸੀਲਦਾਰ ਇਸ ਤਰ੍ਹਾਂ ਲਿਖ ਕੇ ਦੇ ਗਿਆ। ਉਸ ਤੋਂ ਬਾਅਦ ਪਿੰਡ ਵਾਲੇ ਚੁੱਪ ਕਰ ਗਏ, ਬੜੇ ਹੈਰਾਨ ਹੋਏ ਕਿ ਇਹਨਾਂ ਨੇ ਰਾਤੋਂ ਰਾਤ ਕਿਸ ਤਰ੍ਹਾਂ ਖੂਹ ਪੱਟ ਲਿਆ, ਅਤੇ ਇਹ ਵਿੱਚੋਂ ਉਹਨਾਂ ਨੇ ਨਿਸ਼ਾਨੀਆਂ ਵੀ ਆਪਣੀਆਂ ਦਿਖਾ ਦਿੱਤੀਆਂ। ਸਤਿਗੁਰੂ ਜਗਜੀਤ ਸਿੰਘ ਜੀ ਦੇ ਉਪਦੇਸ਼ ਵਿੱਚ ਆਉਂਦਾ ਹੈ ਕਿ ਹਿੰਦੂ ਮਤ ਦੇ ਇਤਿਹਾਸਕਾਰ ਜਿਹੜੇ ਸਨ ਉਹ ਭੈਣੀ ਸਾਹਿਬ ਆਏ, ਉਹਨਾਂ ਨੂੰ ਸੱਚ ਪਾਤਸ਼ਾਹ ਜੀ ਇਹ ਬਚਨ ਦੱਸਿਆ ਕਿ ਇਸ ਤਰ੍ਹਾਂ ਨਿਸ਼ਾਨੀਆਂ ਨਿਕਲੀਆਂ ਸਨ ਥੱਲਿਓਂ। ਉਹਨਾਂ ਨੇ ਆਖਿਆ ਜੀ ਇਤਿਹਾਸ ਵਿੱਚ ਇਹ ਆਉਂਦਾ ਜ਼ਿਕਰ ਕਿ ਭਗਵਾਨ ਰਾਮਚੰਦਰ ਜੀ ਅੰਬਾਲੇ ਦੇ ਕੋਲ ਆਣ ਕੇ ਰਹੇ ਨੇ, ਅਤੇ ਅੰਬਾਲੇ ਤੋਂ ਬਾਅਦ ਫਿਰ ਇਹੀ ਇਲਾਕਾ ਹੋ ਸਕਦਾ ਹੈ ਜਿਹੜੀਆਂ ਤੁਸੀਂ ਨਿਸ਼ਾਨੀਆਂ ਦੱਸ ਰਹੇ ਹੋ ਕਿ ਸਤਿਗੁਰੂ ਰਾਮ ਸਿੰਘ ਜੀ, ਭਗਵਾਨ ਰਾਮਚੰਦਰ ਜੀ ਇੱਥੇ ਆਣ ਕੇ ਇਸ ਤਰ੍ਹਾਂ ਸਾਨੂੰ ਨਿਸ਼ਾਨੀਆਂ ਮਿਲੀਆਂ ਨੇ। ਹੋ ਸਕਦਾ ਇਹ ਉਹੀ ਇਲਾਕਾ ਅੰਬਾਲੇ ਦੇ ਲਾਗੇ ਹੋਵੇ ਜਿੱਥੇ ਭਗਵਾਨ ਰਾਮਚੰਦਰ ਜੀ ਆਣ ਕੇ ਵਿਸ਼ਰਾਮ ਕੀਤਾ, ਇੱਥੇ ਠਹਿਰੇ ਨੇ। ਬੜੇ ਹੀ ਉਹਨਾਂ ਨੇ ਸਾਧ ਸੰਗਤ ਜੀ ਹਵਨ ਉਹਨਾਂ ਨੇ ਇੱਕ ਦੋ ਨਹੀਂ ਕੀਤੇ, ਅਨੇਕਾਂ ਹੀ ਹਵਨ ਕੀਤੇ। ਮੈਂ ਇਹਦੇ ਬਾਰੇ ਰਿਸ਼ਪਾਲ ਚਾਚਾ ਜੀ ਨੂੰ, ਰਿਸ਼ਪਾਲ ਸਿੰਘ ਜੀ ਸੇਵਕ ਸਤਿਗੁਰੂ ਜਗਜੀਤ ਸਿੰਘ ਜੀ ਦੇ, ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਜੀ ਇਹਦੇ ਬਾਰੇ ਕੋਈ ਹੋਰ ਜਾਣਕਾਰੀ? ਉਹ ਆਪਣੇ ਕੋਲੇ ਹੈਗੇ ਨੇ ਹਲੇ, ਕਹਿੰਦੇ ਉਹਨਾਂ ਦਾ ਤਾਂ ਪਤਾ ਨਹੀਂ। ਜਦੋਂ 1990 ਵਿੱਚ ਸਤਿਗੁਰੂ ਜਗਜੀਤ ਸਿੰਘ ਜੀ ਨੇ ਇਸ ਸਰੋਵਰ ਨੂੰ ਪੱਕਾ ਕਰਨ ਦਾ ਇਰਾਦਾ ਬਣਾਇਆ ਕਿ ਹੁਣ ਇਸ ਸਰੋਵਰ ਨੂੰ ਵਧੀਆ ਸ਼ਕਲ ਦਿੱਤੀ ਜਾਵੇ, ਪੱਕਾ ਕਰ ਲਿਆ ਜਾਵੇ, ਸੰਗਤ ਵਾਸਤੇ ਥੱਲੇ ਜਾ ਕੇ ਇਸ਼ਨਾਨ ਕਰਨਾ ਸੌਖਾ ਹੋ ਜਾਵੇ। ਕਿਉਂਕਿ ਮੈਂ ਕੱਚੇ ਸਰੋਵਰ ਦੇ ਵੀ ਦਰਸ਼ਨ ਕੀਤੇ ਨੇ, ਅਸੀਂ ਇਸ਼ਨਾਨ ਕਰਦੇ ਰਹੇ ਹਾਂ, ਜਦੋਂ ਬਣਦਾ ਸੀ ਸੰਭਾਲਿਆ ਮੈਨੂੰ, ਉਦੋਂ ਵੀ ਦਰਸ਼ਨ ਕੀਤੇ ਨੇ, ਬਣਦੇ ਦੀ ਵੀ ਸੇਵਾ ਵੀ ਕਰਦੇ ਰਹੇ ਹਾਂ ਨਾਲ ਜਾ ਕੇ। ਮਾਤਾ ਪਿਤਾ ਤਾਂ ਸੇਵਾ ਕਰਦੇ ਸੀ, ਅਸੀਂ ਭਾਵੇਂ ਲਾਗੇ ਖੇਡਦੇ ਹੀ ਸਨ, ਪਰ ਉਹ ਮੈਨੂੰ ਸੰਭਾਲਿਆ ਉਸ ਸਮੇਂ ਦੀ। ਚਾਚਾ ਜੀ ਦੱਸਦੇ ਸੀ ਮੈਨੂੰ ਕਿਸੇ ਨੇ ਲਿਆ ਕੇ ਉਦੋਂ ਜਦੋਂ ਖੁਦਾਈ ਕੀਤੀ ਹੈ ਦੁਬਾਰਾ, ਫਿਰ ਉਦੋਂ ਵੀ ਥਿੰਦੇ ਕੋਲੇ ਨਿਕਲੇ ਸਨ, ਅਤੇ ਉਹ ਕਹਿੰਦੇ ਨੇ ਅੱਜ ਵੀ ਸੰਭਾਲ ਕੇ ਰੱਖੇ ਨੇ ਅਲਮਾਰੀ ਵਿੱਚ। ਸਤਿਗੁਰੂ ਜਗਜੀਤ ਸਿੰਘ ਜੀ ਦੀ ਇੱਕ ਅਲਮਾਰੀ ਹੈ ਜਿਹਦੇ ਵਿੱਚ ਉਹਨਾਂ ਦਾ ਸਾਰਾ ਸਮਾਨ ਹੈ, ਉਹਦੇ ਵਿੱਚ ਉਹ ਕਹਿੰਦੇ ਥੋੜ੍ਹੇ ਜਿਹੇ ਕੋਲੇ ਅੱਜ ਵੀ ਲਿਆ ਕੇ ਰੱਖੇ ਨੇ। ਮੈਂ ਉਹਨਾਂ ਨੂੰ ਵੀ ਆਖਿਆ ਸੀ ਕੋਸ਼ਿਸ਼ ਕਰਾਂਗੇ ਸੱਚ ਪਾਤਸ਼ਾਹ ਜੀ ਕਿਰਪਾ ਕਰਨ, ਕਿਸੇ ਤਰੀਕੇ ਉਹਨਾਂ ਕੋਲਿਆਂ ਦੀ ਕਾਰਬਨ ਡੇਟਿੰਗ ਕੀਤੀ ਜਾਵੇ। ਜਦੋਂ ਕਾਰਬਨ ਡੇਟਿੰਗ ਕਰਾਂਗੇ ਤਾਂ ਸਾਨੂੰ ਪਤਾ ਲੱਗ ਜਾਏਗਾ ਕਿ ਉਹ ਕਿੰਨੇ ਪੁਰਾਣੇ ਕੋਲੇ ਨੇ।
ਸੋ ਸਾਧ ਸੰਗਤ ਜੀ, ਇਸ ਤਰ੍ਹਾਂ ਇਹ ਸਰੋਵਰ ਜਿਹੜਾ ਸੀਗਾ ਉਹ ਗੁਰੂ ਚਰਨਾਂ ਵਿੱਚ, ਸਤਿਗੁਰੂ ਹਰੀ ਸਿੰਘ ਜੀ ਦੇ ਚਰਨਾਂ ਵਿੱਚ ਤਹਿਸੀਲਦਾਰ ਮਨਜ਼ੂਰ ਕਰ ਗਿਆ ਕਿ ਇਹ ਜਗ੍ਹਾ ਤੁਹਾਡੀ ਹੈ। ਸਤਿਗੁਰੂ ਹਰੀ ਸਿੰਘ ਜੀ ਦੇ ਸਮੇਂ ਇੱਕ ਬਜ਼ੁਰਗ ਮਾਤਾ ਮਾਈ ਭਾਗਣ ਸੀ, ਬਹੁਤ ਸੇਵਾ ਕਰਿਆ ਕਰਦੇ ਸਨ। ਉਹ 107 ਸਾਲ ਦੀ ਉਮਰ ਹੋ ਗਈ, ਦੰਦ ਟੁੱਟ ਗਏ, ਸਾਰੇ ਉਖੜ ਗਏ ਦੰਦ। ਉਸ ਤੋਂ ਬਾਅਦ ਦੁਬਾਰਾ ਫਿਰ ਆਉਣੇ ਸ਼ੁਰੂ ਹੋ ਗਏ ਨਵੇਂ ਦੰਦ। ਇਸ ਬਾਜਪੁਰ ਤੋਂ ਰਹਿਣ ਵਾਲੇ ਸਨ, ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ। ਇਹ ਭੈਣੀ ਸਾਹਿਬ ਆਣ ਕੇ ਸੇਵਾ ਕਰਿਆ ਕਰਦੇ ਸਨ। ਸੇਵਾ ਕਰਨੀ, ਇਸ ਤਰ੍ਹਾਂ ਮਨ ਲਾ ਕੇ ਸੇਵਾ ਕਰਨੀ। ਇਸ ਵਡੇਰੀ ਉਮਰ ਵਿੱਚ ਵੀ ਉਹਨਾਂ ਦੀ ਅੱਖਾਂ ਦੀ ਜੋਤ ਜਿਹੜੀ ਸੀ ਉਹ ਚਲੀ ਗਈ, ਪਰ ਉਸ ਤੋਂ ਬਾਅਦ ਵੀ ਉਹਨਾਂ ਨੇ ਸੇਵਾ ਕਰਨੀ ਨਹੀਂ ਛੱਡੀ। ਜਾ ਕੇ ਲੰਗਰ ਵਿੱਚ ਜਾ ਕੇ ਭਾਂਡੇ ਮਾਂਜਣੇ ਉਹਨਾਂ ਨੇ। ਇੱਕ ਦਿਨ ਕੀ ਹੋਇਆ ਕਿ ਨਜ਼ਰ ਨਹੀਂ ਸੀ ਆਉਂਦਾ, ਨੇਤਰ ਨਹੀਂ ਸਨ ਹੈਗੇ, ਅਤੇ ਵਾਪਸ ਤੁਰੇ ਆਏ। ਤੁਰੇ ਆਉਂਦਿਆਂ ਨੂੰ ਠੇਡਾ ਲੱਗ ਗਿਆ। ਬਜ਼ੁਰਗ ਆਦਮੀ, ਤੁਹਾਨੂੰ ਪਤਾ ਕਿ ਇੰਨੇ ਬਜ਼ੁਰਗ ਕੋਈ ਵੀ ਜੇ ਡਿੱਗ ਜਾਵੇ ਤਾਂ ਉਹਨੂੰ ਬਹੁਤ ਸੱਟ ਲੱਗ ਜਾਂਦੀ ਹੈ। ਉੱਤੋਂ ਚੁਬਾਰੇ 'ਚੋਂ ਡਿੱਗੇ ਥੱਲੇ। ਸੱਚ ਪਾਤਸ਼ਾਹ ਜੀ ਐਸੀ ਬਖਸ਼ਿਸ਼ ਕੀਤੀ ਕਿ ਥੱਲੇ ਟੋਕਰੇ ਪਏ ਸਨ, ਹੋਰ ਇਸ ਤਰ੍ਹਾਂ ਦਾ ਸਮਾਨ ਸੀ, ਉਹਨਾਂ ਦੇ ਉੱਤੇ ਜਾ ਕੇ ਡਿੱਗੇ, ਪਰ ਸੱਟ ਨਹੀਂ ਲੱਗੀ ਉਹਨਾਂ ਨੂੰ। ਸਤਿਗੁਰੂ ਰਾਮ ਸਿੰਘ ਜੀ ਦੇ ਸਮੇਂ ਵੀ ਜਦੋਂ ਸੱਚ ਪਾਤਸ਼ਾਹ ਜੀ ਆਉਣਾ, ਘੋੜੇ ਤੋਂ ਉਤਰਨਾ, ਸੱਚ ਪਾਤਸ਼ਾਹ ਜੀ ਦੇ ਅੱਗੇ ਪਊਏ ਰੱਖਣੇ, ਜਦੋਂ ਪਊਏ ਲਾ ਕੇ ਬਾਅਦ 'ਚ ਜੋੜਾ ਪਾਉਣਾ, ਦੇ ਅੱਗੇ ਜੋੜੇ ਰੱਖਣੇ। ਇਸ ਤਰ੍ਹਾਂ ਦੀ ਬਹੁਤ ਸਾਰੀਆਂ ਉਹ ਸਤਿਗੁਰੂ ਰਾਮ ਸਿੰਘ ਜੀ ਦੇ ਵੇਲੇ ਤੋਂ ਸੇਵਾ ਕਰਦੇ ਆ ਰਹੇ ਸਨ। ਉਹ ਵੀ ਸਤਿਗੁਰੂ ਹਰੀ ਸਿੰਘ ਦੇ ਚਰਨਾਂ ਵਿੱਚ ਸੱਚ ਪਾਤਸ਼ਾਹ ਜੀ ਬਹੁਤ ਖੁਸ਼ੀਆਂ ਦਿੱਤੀਆਂ ਉਹਨਾਂ ਨੂੰ। ਉਹ ਡੇਰੇ ਵਿੱਚ ਰਹਿ ਕੇ ਇਸ ਤਰ੍ਹਾਂ ਸੇਵਾ ਕਰਦੇ ਸਨ। ਇੱਕ ਵਕੀਲ ਅਤੇ ਨਿਹੰਗ ਸਿੰਘ ਸਤਿਗੁਰੂ ਹਰੀ ਸਿੰਘ ਦੇ ਦਰਸ਼ਨ ਕਰਨ ਆਏ। ਜਿਹੜਾ ਵਕੀਲ ਸੀ ਬਹੁਤ ਪੜ੍ਹਿਆ ਲਿਖਿਆ ਸੀ, ਇੰਗਲਿਸ਼ ਭਾਸ਼ਾ ਵੀ ਪੜ੍ਹਿਆ ਸੀ, ਉਸ ਸਮੇਂ ਅੰਗਰੇਜ਼ੀ ਪੜ੍ਹਿਆ ਹੋਇਆ ਸੀ, ਹਿੰਦੀ ਜਾਣਦਾ ਸੀ, ਫਾਰਸੀ, ਉਰਦੂ, ਪੰਜਾਬੀ ਜਾਣਦਾ ਸੀ। ਉਹ ਬਹੁਤ ਵੱਡੇ ਵੱਡੇ ਲੋਕਾਂ ਨੂੰ, ਗਵਰਨਰਾਂ ਨੂੰ ਮਿਲਿਆ ਹੋਇਆ ਸੀ। ਇੱਥੋਂ ਤੱਕ ਕਿ ਉਹ ਇੰਗਲੈਂਡ ਜਾ ਕੇ ਉਸ ਸਮੇਂ ਦੀ ਜਿਹੜੀ ਰਾਣੀ ਸੀ, ਮਲਕਾ ਸੀ, ਉਹਨੂੰ ਵੀ ਉਹ ਮਿਲਿਆ ਸੀ। ਉਹ ਕਹਿਣ ਲੱਗਾ ਕਿ ਮੈਂ ਸਾਰਿਆਂ ਨੂੰ ਮਿਲ ਆਇਆ, ਸਾਰਿਆਂ ਨੂੰ ਵੇਖ ਆਇਆ, ਪਰ ਇੱਕ ਭੈਣੀ ਸਾਹਿਬ ਦੇ ਗੁਰੂ ਜਿਹੜੇ ਨੇ ਉਹਨਾਂ ਦਾ ਬਹੁਤ ਨਾਂ ਸੁਣਿਆ, ਵਲੈਤ ਵਿੱਚ ਵੀ ਉਹਨਾਂ ਦਾ ਬਹੁਤ ਨਾਮ ਸੁਣਿਆ, ਪਰ ਮੈਂ ਉਹਨਾਂ ਨੂੰ ਨਹੀਂ ਮਿਲਿਆ, ਉਹਨਾਂ ਨੂੰ ਮਿਲਣ ਜਾਣਾ ਹੈ। ਉਹ ਜਦੋਂ ਮਿਲਣ ਆਇਆ, ਸਤਿਗੁਰੂ ਹਰੀ ਸਿੰਘ ਦੇ ਦਰਸ਼ਨ ਕੀਤੇ, ਉਦੋਂ ਨਿਹੰਗ ਸਿੰਘ ਬਣ ਗਿਆ ਸੀ ਉਹ, ਕਿਉਂਕਿ ਉਹ ਕਿਸੇ ਨਿਹੰਗ ਸਿੰਘ ਦੀ ਸੰਗਤ ਕਰਦਾ ਸੀ। ਉਹ ਦੂਸਰੀ ਵਾਰੀ ਸੱਚ ਪਾਤਸ਼ਾਹ ਦੇ ਚਰਨਾਂ ਵਿੱਚ ਆਇਆ ਦਰਸ਼ਨ ਕਰਨ ਲਈ। ਜਦੋਂ ਦਰਸ਼ਨ ਕਰਨ ਆਇਆ, ਸੱਚ ਪਾਤਸ਼ਾਹ ਜੀ ਹੁਕਮ ਕੀਤਾ, ਆ ਕੀ ਆਪਣੇ ਸਿਰ ਦੇ ਉੱਤੇ ਇੰਨਾ ਵੱਡਾ ਮੜਾਸਾ ਜਿਹਾ ਬਣ ਕੇ ਬੈਠਾ ਆ, ਇਹ ਤੈਨੂੰ ਕੀ ਹੋ ਗਿਆ? ਉਹ ਕਹਿਣ ਲੱਗਾ, ਜੀ ਮੈਂ ਨਿਹੰਗ ਬਣ ਗਿਆ। ਜਿਸ ਤੋਂ ਪ੍ਰੇਰਿਤ ਹੋ ਕੇ ਨਿਹੰਗ ਬਣਿਆ ਸੀ, ਉਹਨੇ ਚਿਰ ਨੂੰ ਉਹ ਵੀ ਆ ਗਿਆ। ਉਹਨੇ ਆਣ ਕੇ ਮੱਥਾ ਟੇਕਿਆ। ਮਨ ਵਿੱਚ ਵਕੀਲ ਦੇ ਅਕਸਰ ਨੂੰ ਪੜ੍ਹਿਆ ਲਿਖਿਆ ਸੀ, ਸਿਆਣਾ ਸੀ, ਅਤੇ ਮਨ ਵਿੱਚ ਕਾਫੀ ਆਇਆ। ਸਤਿਗੁਰੂ ਹਰੀ ਸਿੰਘ ਜੀ ਹੁਕਮ ਕੀਤਾ ਕਿ ਨਿਹੰਗ ਸਿੰਘ ਜੀ ਨੂੰ ਮੰਜਾ ਦਿਓ। ਵਕੀਲ ਥੱਲੇ ਬੈਠਾ ਸੀ। ਨਿਹੰਗ ਸਿੰਘ ਵਾਸਤੇ ਸੱਚ ਪਾਤਸ਼ਾਹ ਜੀ ਇੱਕ ਨੂੰ ਦ੍ਰਿਸ਼ਟਾਂਤ ਵਿਖਾਉਣਾ ਸੀ ਕਿ ਜਿਨ੍ਹਾਂ ਦੇ ਮਗਰ ਲੱਗਿਆ ਉਹ ਕਿਸ ਤਰ੍ਹਾਂ ਦੇ ਨੇ। ਸੱਚ ਪਾਤਸ਼ਾਹ ਜੀ ਹੁਕਮ ਕੀਤਾ ਕਿ ਇਹਨੂੰ ਮੰਜਾ ਦਿਓ। ਨਿਹੰਗ ਸਿੰਘ ਨੂੰ ਮੰਜਾ ਲਿਆ ਕੇ ਦੇ ਦਿੱਤਾ। ਜਦੋਂ ਮੰਜਾ ਲਿਆ ਕੇ ਦੇ ਦਿੱਤਾ ਤਾਂ ਸਤਿਗੁਰੂ ਹਰੀ ਸਿੰਘ ਜੀ ਮੰਜੇ ਤੋਂ ਉਤਰ ਕੇ ਆਸਣ ਵਿਛਾ ਕੇ ਥੱਲੇ ਬੈਠ ਗਏ। ਆਪ ਥੱਲੇ ਬੈਠ ਗਏ, ਨਿਹੰਗ ਸਿੰਘ ਨੂੰ ਉੱਤੇ ਬਿਠਾ ਲਿਆ। ਉਹ ਆਕੜ ਕੇ ਬੈਠਾ ਰਿਹਾ ਨਿਹੰਗ ਸਿੰਘ, ਥੱਲੇ ਨਾ ਉਤਰਿਆ, ਹੰਕਾਰ ਦਾ ਭਰਿਆ। ਜਿਹੜਾ ਹੰਕਾਰ ਹੈ ਨਾ ਜੀ, ਇਹ ਐਸਾ ਆ, ਈਗੋ ਆਪਾਂ ਇੰਗਲਿਸ਼ 'ਚ ਇਹਨੂੰ ਆਖਦੇ ਹਾਂ। ਈਗੋ ਦਾ ਭਾਵ ਐਜਿੰਗ ਗੋਡ ਆਊਟ। ਜੇ ਆਪਾਂ ਇਹਨੂੰ ਇਸ ਤਰ੍ਹਾਂ ਵੇਖ ਲਈਏ ਕਿ ਜਿਸ ਤਰ੍ਹਾਂ ਜਿਵੇਂ ਤੁਹਾਡੇ ਵਿੱਚ ਹੰਕਾਰ ਵੱਧਦਾ ਜਾਏਗਾ, ਤੁਸੀਂ ਆਪਣੇ ਨਾਲੋਂ ਪਰਮਾਤਮਾ ਨੂੰ ਕੱਟ ਕੇ ਲਾ ਰਹੇ ਹੋ, ਉਹਨਾਂ ਤੁਸੀਂ ਉਹ ਤੋਂ ਦੂਰ ਹੁੰਦੇ ਜਾਓਗੇ। ਇਹ ਹੰਕਾਰ ਇਸ ਤਰ੍ਹਾਂ ਦਾ ਹੈ। ਜਦੋਂ ਸੱਚ ਪਾਤਸ਼ਾਹ ਜੀ ਸਤਿਗੁਰੂ ਹਰੀ ਸਿੰਘ ਜੀ ਆਪ ਥੱਲੇ ਬੈਠ ਗਏ ਅਤੇ ਉਹ ਵਕੀਲ ਜਿਹੜਾ ਸੀ ਉਹ ਕੋਲ ਬੈਠਾ ਰਿਹਾ। ਉਹਨੇ ਦਵਾ ਦਵ ਗੁੱਸੇ ਵਿੱਚ ਉੱਠ ਕੇ ਮੰਜਾ ਚੁੱਕ ਕੇ ਨਿਹੰਗ ਸਿੰਘ ਨੂੰ ਪੁੱਠਾ ਕਰਕੇ ਪਰੇ ਸੁੱਟ ਦਿੱਤਾ ਕਿ ਤੈਨੂੰ ਨਹੀਂ ਪਤਾ ਲੱਗਦਾ ਕਿ ਉਹ ਗੁਰੂ ਮਹਾਰਾਜ ਨੇ, ਉਹ ਥੱਲੇ ਬੈਠੇ ਨੇ, ਉਹ ਇੰਨੇ ਨਿਰਮਾਣ ਨੇ, ਅਤੇ ਤੂੰ ਉੱਤੇ ਮੰਜੇ 'ਤੇ ਬੈਠਾ ਹੈ। ਤੈਨੂੰ ਵੱਡਿਆਂ ਦਾ ਅਦਬ ਕਰਨ ਦੀ ਜਾਚ ਨਹੀਂ। ਫਿਰ ਉਹਨੂੰ ਸਤਿਗੁਰੂ ਹਰੀ ਸਿੰਘ ਜੀ ਬਚਨ ਕੀਤਾ
ਕਿ ਹੁਣ ਦੱਸ। ਉਹ ਕਹਿੰਦਾ ਜੀ ਮੈਨੂੰ ਵੀ ਸਿੱਖ ਬਣਾ ਲਓ। ਵਕੀਲ ਨੇ ਭਜਨ ਪੁੱਛ ਲਿਆ। ਦੂਸਰਾ ਫਿਰ ਬਾਅਦ 'ਚ ਨਿਹੰਗ ਸਿੰਘ ਵੀ ਆ ਗਿਆ, ਕਹਿੰਦਾ ਜੀ ਮੈਂ ਵੀ ਭੁੱਲ ਗਿਆ, ਕਿਰਪਾ ਕਰੋ ਮੈਨੂੰ ਵੀ ਭਜਨ ਦੇ ਦਿਓ। ਉਹ ਦੋਵੇਂ ਸੱਚ ਪਾਤਸ਼ਾਹ ਜੀ ਨਿਰਮਾਣ ਹੀ ਇੰਨੇ ਸਨ, ਸਤਿਗੁਰੂ ਹਰੀ ਸਿੰਘ ਜੀ, ਉਹਨਾਂ ਦੀ ਨਿਮਰਤਾ ਅੱਗੇ ਕੋਈ ਵੀ ਨਹੀਂ ਸੀ ਖੜ ਸਕਦਾ। ਉਹ ਦੋਵੇਂ ਭਜਨ ਪੁੱਛ ਕੇ ਸਿੱਖ ਸੱਜ ਗਏ। ਜਿਹੜੇ ਭੈਣੀ ਸਾਹਿਬ ਦੇ ਵਿੱਚ ਤਹਿਸੀਲਦਾਰ ਸੀ, ਹੌਲਦਾਰ ਸਨ, ਜਿਹੜਾ ਸਿਪਾਹੀ ਸਨ, ਉਹ ਬਹੁਤ ਤੰਗ ਕਰਿਆ ਕਰਦੇ ਸਨ। ਤੰਗ ਕਰਨ ਦਾ ਉਹਨਾਂ ਦਾ ਸਟਾਈਲ ਵੀ ਹਮੇਸ਼ਾ ਵੱਖਰਾ ਹੁੰਦਾ ਸੀ। ਜਿੰਨਾ ਵੱਧ ਤੋਂ ਵੱਧ ਤਰੀਕੇ ਨਾਲ ਤੰਗ ਕਰ ਸਕਦੇ ਸਨ ਉਹ ਕੰਮ ਕਰਦੇ ਸਨ। ਇੱਕ ਦਿਨ ਜਿਹੜਾ ਹੌਲਦਾਰ ਸੀ ਉਹ ਆਇਆ, ਉਹਨੇ ਆਣ ਕੇ ਸਤਿਗੁਰੂ ਹਰੀ ਸਿੰਘ ਜੀ ਨੂੰ ਆਖਿਆ ਕਿ ਮੈਨੂੰ ਕੁੱਲੀ ਘੋੜੀ ਚਾਹੀਦੀ ਹੈ। ਕੁੱਲੀ ਇੱਕ ਉਹ ਘੋੜੀ ਸੀ ਜਿਸ ਤਰ੍ਹਾਂ ਚੀਨੀ ਘੋੜੀ ਸੀ ਸਤਿਗੁਰੂ ਰਾਮ ਸਿੰਘ ਜੀ ਦੀ, ਉਸ 'ਤੇ ਸਿਰਫ ਸਤਿਗੁਰੂ ਰਾਮ ਸਿੰਘ ਜੀ ਹੀ ਸਫ਼ਰ ਕਰਿਆ ਕਰਦੇ ਸਨ। ਇਸੇ ਤਰ੍ਹਾਂ ਹੀ ਇੱਕ ਕੁੱਲੀ ਘੋੜੀ ਸੀ ਜਿਹੜੀ ਸਿਰਫ ਸਤਿਗੁਰੂ ਹਰੀ ਸਿੰਘ ਜੀ ਦੀ ਸਵਾਰੀ ਵਾਸਤੇ ਸੀ। ਉਹ ਕੋਈ ਹੋਰ ਸਿੱਖ ਨਹੀਂ ਸੀ ਵਰਤਦਾ, ਉਸਨੂੰ ਕੋਈ ਨਹੀਂ ਸੀ ਚੜ੍ਹ ਕੇ ਉਹਦੀ ਸਵਾਰੀ ਕਰਦਾ। ਹੌਲਦਾਰ ਆਖਿਆ ਕਿ ਮੈਨੂੰ ਸਿਰਫ ਕੁੱਲੀ ਘੋੜੀ ਚਾਹੀਦੀ, ਮੈਂ ਕੂਮ ਜਾਣਾ ਹੈ, ਮੈਨੂੰ ਕੋਈ ਕੰਮ ਹੈ ਉੱਥੇ ਜਾਣ ਵਾਸਤੇ। ਸਤਿਗੁਰੂ ਹਰੀ ਸਿੰਘ ਜੀ ਆਖਿਆ ਵੀ ਜਾ ਕੇ ਸੁਹੇਲ ਸਿੰਘ ਨੂੰ ਕਹਿ ਦੇ ਤੈਨੂੰ ਉਹ ਕੁੱਲੀ ਘੋੜੀ ਦੇ ਦੇਵੇ। ਹੌਲਦਾਰ ਨੇ ਜਾ ਕੇ ਸੁਹੇਲ ਸਿੰਘ ਨੂੰ ਆਖਿਆ ਕਿ ਮੈਨੂੰ ਕੁੱਲੀ ਘੋੜੀ ਦੇ ਦੇ। ਹੌਲਦਾਰ ਸੁਹੇਲ ਸਿੰਘ ਗੁੱਸੇ ਵਿੱਚ ਆ ਗਿਆ। ਉਹ ਕਹਿਣ ਲੱਗਾ ਕਿ ਮੈਂ ਕੁੱਲੀ ਘੋੜੀ 'ਤੇ ਕਾਠੀ ਪਾ ਕੇ ਤੈਨੂੰ ਨਹੀਂ ਦੇਣੀ, ਜੋ ਮਰਜ਼ੀ ਕਰ ਲੈ। ਕਿਉਂਕਿ ਸਿੱਖ ਕਹਿੰਦਾ ਜੀ ਇਹ ਤਾਂ ਸੱਚ ਪਾਤਸ਼ਾਹ ਦੀ ਸਵਾਰੀ ਹੈ, ਤੂੰ ਕੌਣ ਹੋਣਾ ਇਹ 'ਤੇ ਚੜ੍ਹਨ ਵਾਲਾ। ਉਹ ਗਾਲਾਂ ਕੱਢਣ ਲੱਗ ਗਿਆ, ਬਹੁਤ ਗਾਲਾਂ ਕੱਢੀਆਂ ਉਹਨੇ, ਹੌਲਦਾਰ ਨੇ ਇੰਨੀਆਂ ਗਾਲਾਂ ਕੱਢਣ ਲੱਗ ਗਿਆ। ਕੱਢਦਾ ਫਿਰ ਆਣ ਕੇ ਉੱਥੇ ਬੈਠ ਗਿਆ ਆਪਣੀ ਕੁਰਸੀ 'ਤੇ, ਭਾਵ ਦਰਵਾਜ਼ੇ ਦੇ ਸਾਹਮਣੇ, ਜਿੱਥੇ ਉਹ ਆਪਣਾ ਬੈਂਚ ਲਾ ਕੇ ਬੈਠਦੇ ਹੋਣਗੇ, ਜਿੱਥੇ ਉਹਨਾਂ ਨੇ ਆਪਣੇ ਮੰਜੇ ਰੱਖੇ ਹੋਣਗੇ। ਉਸ ਸਮੇਂ ਚੌਂਕੀ ਸੀ ਪੁਲਿਸ ਵਾਲੀ ਜਿਹੜੀ ਦਰਵਾਜ਼ੇ ਦੇ ਬਾਹਰ, ਉੱਥੇ ਆਣ ਕੇ ਬੈਠ ਗਿਆ। ਸਤਿਗੁਰੂ ਹਰੀ ਸਿੰਘ ਜੀ ਕਿਸੇ ਕਾਰਨ ਬਾਹਰ ਨਿਕਲੇ ਅਤੇ ਉਹਨੇ 2-3 ਗਾਲਾਂ ਕੱਢੀਆਂ ਅਤੇ ਸੱਚ ਪਾਤਸ਼ਾਹ ਜੀ ਹੁਕਮ ਕੀਤਾ ਕਿ ਤੁਹਾਨੂੰ ਇਸ ਵਾਸਤੇ ਸਰਕਾਰ ਨੇ ਭੇਜਿਆ ਗਾਲਾਂ ਕੱਢਣੀਆਂ ਬਹੁਤ ਮਾੜੀ ਗੱਲ ਹੈ। ਉਹ ਕਹਿਣ ਲੱਗਾ ਅੱਗੋਂ ਕਿ ਮੈਨੂੰ ਉਹਨੇ ਘੋੜੀ ਨਹੀਂ ਦਿੱਤੀ ਸੁਹੇਲ ਸਿੰਘ ਨੇ। ਸੱਚ ਪਾਤਸ਼ਾਹ ਜੀ ਹੁਕਮ ਕੀਤਾ ਕਿ ਜੇ ਸੁਹੇਲ ਸਿੰਘ ਨੇ ਘੋੜੀ ਨਹੀਂ ਦਿੱਤੀ ਤੈਨੂੰ, ਮੈਂ ਕਦੀ ਮਨਾ ਕੀਤਾ ਤੈਨੂੰ? ਅੱਗੇ ਵੀ ਤਾਂ ਤੈਨੂੰ ਘੋੜੀ ਦਿੰਦਾ ਸੀ, ਤੂੰ ਲੈ ਕੇ ਜਾਂਦਾ ਸੀ। ਕੋਈ ਗੱਲ ਨਹੀਂ, ਰੁਕ ਜਾ ਇੱਥੇ, ਪਰ ਮੰਦਾ ਨਾ ਬੋਲ, ਇਹ ਬਹੁਤ ਮਾੜੀ ਗੱਲ ਹੈ ਗਾਲਾਂ ਕੱਢਣੀਆਂ। ਖੈਰ ਉਹ ਚੁੱਪ ਕੀਤਾ। ਸੱਚ ਪਾਤਸ਼ਾਹ ਜੀ ਸੁਹੇਲ ਸਿੰਘ ਨੂੰ ਸੱਦਿਆ, ਹੁਕਮ ਕੀਤਾ ਸੱਚ ਪਾਤਸ਼ਾਹ ਜੀ ਹੁਕਮ ਕੀਤਾ ਤੂੰ ਸਾਣ ਘੋੜਾ ਲੈ ਜਾ, ਇੱਕ ਹੋਰ ਘੋੜਾ ਸੀ, ਤੂੰ ਦੂਸਰਾ ਘੋੜਾ ਲੈ ਜਾ। ਉਹ ਕਹਿੰਦਾ ਨਹੀਂ ਜੀ, ਮੈਂ ਤਾਂ ਕੁੱਲੀ ਘੋੜੀ ਹੀ ਲੈ ਕੇ ਜਾਣੀ ਹੈ, ਮੈਂ ਹੋਰ ਨਹੀਂ ਕੁਝ ਲੈ ਕੇ ਜਾਣਾ। ਸੱਚ ਪਾਤਸ਼ਾਹ ਜੀ ਸਤਿਗੁਰੂ ਹਰੀ ਸਿੰਘ ਜੀ ਹੁਕਮ ਕੀਤਾ ਸੁਹੇਲ ਸਿੰਘ ਨੂੰ ਕਾਠੀ ਪਾ ਦੇ, ਇਹਨੂੰ ਲੈ ਜਾਂਦੇ। ਸੁਹੇਲ ਸਿੰਘ ਕਹਿੰਦਾ ਜੀ ਮੈਂ ਆਪਣੇ ਹੱਥਾਂ ਨਾਲ ਕਾਠੀ ਨਹੀਂ ਪਾ ਕੇ ਦੇਣੀ ਇਹਨੂੰ, ਇਹ ਆਪ ਜੀ ਦੀ ਵਾਸਤੇ ਆ, ਮੈਂ ਨਹੀਂ ਇਹਨੂੰ ਦਿੰਦਾ। ਫਿਰ ਸੱਚ ਪਾਤਸ਼ਾਹ ਜੀ ਸੌਣ ਸਿੰਘ ਨੂੰ ਆਖਿਆ ਵੀ ਸੌਣ ਸਿੰਘ ਤੂੰ ਕਾਠੀ ਪਾ ਕੇ ਘੋੜੀ ਇਹਨੂੰ ਦੇ ਦੇ। ਸੌਣ ਸਿੰਘ ਨੇ ਘੋੜੀ 'ਤੇ ਕਾਠੀ ਪਾਈ। ਉਹ ਹੌਲਦਾਰ ਜਿਹੜਾ ਸੀਗਾ ਉਹ ਸਿੱਖਾਂ ਨੂੰ ਚੜ੍ਹਾ ਕੇ ਉਹਨਾਂ ਨੂੰ ਇਸ ਤਰ੍ਹਾਂ ਦਾ ਮਹਿਸੂਸ ਕਰਾਇਆ ਉਹਨੇ ਕਿ ਦੇਖਿਆ ਜਿਸ ਘੋੜੀ ਨੂੰ ਤੂੰ ਮੈਨੂੰ ਨਹੀਂ ਸੀ ਦੇਣਾ ਚਾਹੁੰਦਾ, ਮੈਂ ਉਹ ਲੈ ਕੇ ਚੱਲਿਆ। ਸੁਹੇਲ ਸਿੰਘ ਦਾ ਮਨ ਬੜਾ ਪਰੇਸ਼ਾਨ ਹੋਇਆ ਕਿ ਇਹ ਸਤਿਗੁਰੂ ਸੱਚ ਪਾਤਸ਼ਾਹ ਦੀ ਸਵਾਰੀ ਵਾਲੀ ਘੋੜੀ ਏ, ਹੌਲਦਾਰ ਲੈ ਕੇ ਗਿਆ, ਸਾਨੂੰ ਗਾਲਾਂ ਵੀ ਕੱਢਦੇ ਨੇ, ਮਾੜਾ ਵੀ ਬੋਲਦੇ ਨੇ, ਅਤੇ ਸਾਡੇ ਕੋਲੋਂ ਚੀਜ਼ਾਂ ਲੈ ਕੇ ਵਰਤਦੇ ਨੇ। ਹੇ ਸੱਚੇ ਪਾਤਸ਼ਾਹ ਅੰਤਰਜਾਮੀ ਸਤਿਗੁਰੂ, ਹੁਣ ਕਿਰਪਾ ਕਰੋ ਅਤੇ ਇਹਨੂੰ ਇਹਦੀ ਸਜ਼ਾ ਮਿਲਣੀ ਚਾਹੀਦੀ ਹੈ। ਅੱਜ ਮੈਂ ਤਾਂ ਜਾਣਾਂਗਾ ਕਿ ਤੁਸੀਂ ਅੰਤਰਜਾਮੀ ਹੋ। ਸੁਹੇਲ ਸਿੰਘ ਦੇ ਮਨ ਵਿੱਚ ਇਸ ਤਰ੍ਹਾਂ ਦਾ ਫੁਰਨਾ ਆਇਆ। ਉਹ ਹਕੂਮ ਚਲਾ ਗਿਆ, ਜਾ ਕੇ ਵਾਪਸ ਆਇਆ। ਜਿਹੜਾ ਤਹਿਸੀਲਦਾਰ ਸੀ ਉਹਦੇ ਪੇਟ ਵਿੱਚ ਐਸੀ ਦਰਦ ਹੋਈ, ਉਹਨੂੰ ਤੇ ਚੁੱਕ ਕੇ ਲੋਕਾਂ ਨੇ ਮੰਜੇ 'ਤੇ ਪਾਇਆ ਅਤੇ ਹਸਪਤਾਲ ਲੈ ਗਏ। ਜਿਹੜਾ ਹੌਲਦਾਰ ਸੀ ਉਹ ਸ਼ਾਮ ਨੂੰ ਮਾਤਾ ਜੀਵਨ ਕੌਰ ਜੀ ਦੇ ਚਰਨਾਂ ਵਿੱਚ ਆਇਆ। ਉਹ ਆਣ ਕੇ ਕੁਝ ਮੰਗਣ ਲੱਗਾ ਕਿ ਮੈਨੂੰ ਕੁਝ ਆਹ ਚੀਜ਼ ਖਾਣ ਨੂੰ ਚਾਹੀਦੀ ਹੈ। ਮਾਤਾ ਜੀਵਨ ਕੌਰ ਜੀ, ਉਹਨੇ ਦਹੀਂ ਮੰਗਿਆ। ਮਾਤਾ ਜੀਵਨ ਕੌਰ ਜੀ ਹੁਕਮ ਕੀਤਾ ਕਿ ਜਿਹੜੇ ਤੇਰੇ ਸਿਪਾਹੀ ਨੇ, ਅਸੀਂ ਉਹਨਾਂ ਨੂੰ ਗਾਲਾਂ ਕੱਢੀਏ ਅਤੇ ਤੂੰ ਕਿਸ ਤਰ੍ਹਾਂ ਮਹਿਸੂਸ ਕਰੇਂਗਾ? ਜਿਹੜੇ ਸਿੱਖਾਂ ਨੂੰ ਤੂੰ ਸਵੇਰੇ ਮਾੜਾ ਬੋਲਿਆ, ਗਾਲਾਂ ਕੱਢੀਆਂ ਨੇ, ਉਹ ਸਾਡੇ ਪੁੱਤਰਾਂ ਵਾਂਗ ਨੇ, ਇਸ ਕਰਕੇ ਸਾਨੂੰ ਵੀ ਬਹੁਤ ਬੁਰਾ ਲੱਗਦਾ ਆ। ਸਿੱਖਾਂ ਨੂੰ ਕੁਝ ਨਾ ਆਖਿਆ ਕਰੋ ਤੁਸੀਂ। ਚਲੋ ਇਹ ਗੱਲ ਹੋਈ, ਮਾਤਾ ਜੀ ਉਹਨੂੰ ਸਮਝਾਇਆ, ਪਰ ਜਿਸ ਤਰ੍ਹਾਂ ਦੀ ਉਹਨਾਂ ਦੀ ਮਨ ਬੁੱਧੀ ਸੀ, ਉਹ ਜਿੰਨਾ ਕੁ ਉਹਨੇ ਸਮਝਣਾ ਸੀ ਉਹ ਵਾਪਸ ਆਇਆ। ਉਸ ਦਿਨ ਹੀ ਐਸੀ ਰਜਾ ਵਰਤੀ ਕਿ ਉਹ ਡਿੱਗ ਗਿਆ, ਠੇਡਾ ਲੱਗਾ ਜਾਂ ਕਿਸੇ ਤਰੀਕੇ ਉਹਦਾ ਗਿੱਟਾ ਟੁੱਟ ਗਿਆ।
ਉਸੇ ਦਿਨ ਜਿਸ ਦਿਨ ਘੋੜੀ 'ਤੇ ਚੜ੍ਹ ਕੇ ਗਿਆ ਸੀ, ਸ਼ਾਮ ਨੂੰ ਗਿੱਟਾ ਟੁੱਟ ਗਿਆ, ਉਹ ਹੁਣ ਤੁਰ ਨਹੀਂ ਸਕਦਾ, ਪੈਰ ਸੁੱਜ ਗਿਆ, ਅੰਦਰ ਹੀ ਬੈਠਾ ਉੱਥੇ ਹੀ ਮੈਦਾਨ ਜਾਂਦਾ ਹੈ, ਉੱਥੇ ਹੀ ਮੈਦਾਨ ਜਾ ਕੇ ਫਿਰ ਉਹਦੇ ਕੋਲ ਹੀ ਬਹਿਣਾ ਪੈਂਦਾ, ਭਾਵ ਕਿ ਬਹੁਤ ਬੁਰੀ ਹਾਲਤ ਨਾਲ ਉਹਨੂੰ ਸਜ਼ਾ ਮਿਲੀ। ਇਸੇ ਤਰ੍ਹਾਂ ਉਹਨੂੰ ਮੰਜੀ 'ਤੇ ਬਹਿਣਾ ਪਿਆ। ਜਿਹੜਾ ਸੁਹੇਲ ਸਿੰਘ ਦੇ ਮਨ ਵਿੱਚ ਫੁਰਨਾ ਹੋਇਆ ਸੀ, ਉਹ ਸੱਚ ਪਾਤਸ਼ਾਹ ਜੀ ਸੁਹੇਲ ਸਿੰਘ ਦੀ ਸੁਣ ਕੇ ਉਹਦਾ ਫੁਰਨਾ ਉਸੇ ਤਰ੍ਹਾਂ ਪੂਰਾ ਕੀਤਾ। ਸਤਿਗੁਰੂ ਹਰੀ ਸਿੰਘ ਜੀ, ਸਤਿਗੁਰੂ ਰਾਮ ਸਿੰਘ ਜੀ ਸਭ ਤੋਂ ਪਹਿਲਾਂ ਇਹ ਮਰਜ਼ਾਦਾ ਸ਼ੁਰੂ ਕੀਤੀ ਆਨੰਦ ਕਾਰਜ ਦੀ, ਕਿ ਜਿਸ ਵਿੱਚ ਲੈਣ ਦੇਣ ਨਾ ਕੀਤਾ ਜਾਵੇ। ਲੈਣ ਦੇਣ 'ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਵੇਲੇ ਆਣ ਕੇ ਬਹੁਤ ਜ਼ੋਰ ਨਾਲ ਬੰਦ ਕੀਤਾ, ਪਰ ਸੱਚ ਪਾਤਸ਼ਾਹ ਜੀ ਦਾ ਹੁਕਮ ਸੀ ਕਿ ਵੱਧ ਤੋਂ ਵੱਧ ਘੱਟ ਖਰਚੇ ਵਿੱਚ ਇਹ ਜਿਹੜਾ ਪ੍ਰੋਗਰਾਮ ਹੈ ਆਨੰਦ ਕਾਰਜ ਦਾ, ਇਹ ਕੀਤਾ ਜਾਵੇ। ਇੱਕ ਸਿੱਖ ਆਇਆ, ਉਹਨੇ ਆਣ ਕੇ ਅਰਜ਼ ਕੀਤੀ, ਪਾਤਸ਼ਾਹ ਮੈਂ ਬਹੁਤ ਗਰੀਬ ਸਿੱਖ ਹਾਂ, ਮੇਰੇ ਕੋਲ ਤਾਂ ਕੌਡੀ ਵੀ ਨਹੀਂ, ਅਤੇ ਮੈਂ ਆਪਣੀਆਂ 2 ਲੜਕੀਆਂ ਨੇ, ਕਿਸ ਤਰ੍ਹਾਂ ਆਨੰਦ ਪੜ੍ਹਾਵਾਂਗਾ। ਸਤਿਗੁਰੂ ਹਰੀ ਸਿੰਘ ਜੀ ਬਚਨ ਕੀਤਾ, ਕੋਈ ਗੱਲ ਨਹੀਂ, ਤੇਰੀਆਂ ਲੜਕੀਆਂ ਦਾ ਆਨੰਦ ਅਸੀਂ ਪੜ੍ਹਾਵਾਂਗੇ। ਸਤਿਗੁਰੂ ਹਰੀ ਸਿੰਘ ਜੀ ਆਪਣੇ ਕੋਲ ਸੱਦਿਆ, ਭੈਣੀ ਸਾਹਿਬ ਸੱਦ ਕੇ ਉਹਨਾਂ ਦਾ ਆਨੰਦ ਕਾਰਜ ਕਰਵਾਇਆ, ਅਤੇ ਇੱਕ ਕੌਡੀ ਵੀ, ਭਾਵ 1 ਪੈਸਾ ਵੀ ਨਹੀਂ ਉਸ ਸਿੱਖ ਦਾ ਲੱਗਣ ਦਿੱਤਾ। ਇਸ ਤਰ੍ਹਾਂ ਸਿੱਖਾਂ ਦੀ ਸਹਾਇਤਾ ਕੀਤੀ, ਬਖਸ਼ਿਸ਼ ਕਰਦੇ ਨੇ। ਜਿਹੜਾ ਸਿੱਖ ਚਰਨਾਂ 'ਚ ਆਣ ਕੇ ਅਰਜ਼ ਕਰਦਾ ਹੈ, ਉਹਦੀ ਅਰਜ਼ ਨੂੰ ਮੰਨ ਕੇ ਪ੍ਰਵਾਨ ਕਰਦੇ ਨੇ, ਉਸ ਸਿੱਖ ਨੂੰ ਖੁਸ਼ੀਆਂ ਦੇ ਕੇ ਘਰਾਂ ਵਿੱਚ ਤੋਰਦੇ ਨੇ। ਇੱਕ ਬ੍ਰਾਹਮਣ ਸੀ ਪਿੰਡ ਵਿੱਚ ਰਹਿੰਦਾ, ਭੈਣੀ ਸਾਹਿਬ, ਉਹਨੇ ਸਤਿਗੁਰੂ ਹਰੀ ਸਿੰਘ ਜੀ ਨੂੰ ਅਰਜ਼ ਕੀਤੀ, ਸਿੱਖਾਂ ਨੂੰ ਵੀ ਆਖਿਆ, ਉਹਨੇ ਅਰਜ਼ ਕੀਤੀ, ਜੀ ਕਿਰਪਾ ਕਰੋ, ਮੇਰੇ ਘਰ ਪਿੱਪਲ ਲੱਗਾ ਹੈ, ਪਿੱਪਲ ਪੁੱਟ ਕੇ ਲੈ ਜਾਵੋ, ਕੱਟ ਕੇ ਤੁਸੀਂ ਲੰਗਰ ਵਿੱਚ ਲੱਕੜ ਵਰਤ ਲਵੋ। ਜਦੋਂ ਉਹਨੇ ਉਹ ਸਿੱਖਾਂ ਨੂੰ ਅਰਜ਼ ਕੀਤੀ, ਸਿੱਖਾਂ ਨੇ ਸੱਚ ਪਾ ਕੇ ਅਰਜ਼ ਕੀਤੀ ਕਿ ਆਹ ਬ੍ਰਾਹਮਣ ਇਸ ਤਰ੍ਹਾਂ ਆਖਦਾ। ਸਿੱਖ ਘਰੋਂ ਜਾ ਕੇ ਪਿੱਪਲ ਕੱਟ ਕੇ ਲੈ ਆਏ। ਜਦੋਂ ਪਿੱਪਲ ਕੱਟ ਕੇ ਲੈ ਆਏ ਅਤੇ ਉਹਦੇ ਘਰ ਇੱਕ ਹੋਰ ਬ੍ਰਾਹਮਣ ਆਇਆ, ਉਹਨੇ ਆਣ ਕੇ ਉਹਨੂੰ ਆਖਿਆ ਕਿ ਤੂੰ ਬਹੁਤ ਮਾੜਾ ਕੰਮ ਕੀਤਾ ਕਿ ਪਿੱਪਲ ਨੂੰ ਕੱਟ ਕੇ ਬਾਹਰ ਸੁੱਟਿਆ, ਆਪਣੇ ਘਰ 'ਚੋਂ ਕੱਢਿਆ, ਇਹ ਪਿੱਪਲ ਦੀ ਤਾਂ ਪੂਜਾ ਕਰਨੀ ਚਾਹੀਦੀ ਹੈ, ਤੂੰ ਪਿੱਪਲ ਕਿਉਂ ਆਪਣੇ ਘਰ ਵਿੱਚੋਂ ਕਟਾਇਆ। ਉਹ ਬ੍ਰਾਹਮਣ ਜਿਹੜਾ ਸੀ ਉਹ ਸ਼ਰਧਾਵਾਨ ਸੀ, ਉਹਨੇ ਆਖਿਆ ਕਿ ਮੈਂ ਤਾਂ ਅਸਮੇਧ ਜੱਗ ਕੀਤਾ ਹੈ, ਮੈਂ ਤਾਂ ਇਹ ਉਹ ਜੱਗ ਕਰਕੇ ਉਸ ਜੱਗ ਵਿੱਚ ਪਾਈਆਂ ਨੇ, ਮੈਂ ਕੋਈ ਮਾੜਾ ਕੰਮ ਨਹੀਂ ਕੀਤਾ, ਇਹ ਜਿੱਥੇ ਭੇਜਿਆ ਉਹ ਸਹੀ ਥਾਂ 'ਤੇ ਭੇਜਿਆ। ਜਿਹੜਾ ਉਹ ਬ੍ਰਾਹਮਣ ਸੀ ਉਹ ਕਹਿੰਦਾ ਕਿ ਤੂੰ ਬੜੀ ਸਿਫਤ ਕਰਦਾ ਹੈ ਉਹਨਾਂ ਦੀ, ਗੁਰੂ ਹਰੀ ਸਿੰਘ ਜੀ ਦੀ, ਕਿ ਉਹ ਬੜੇ ਅੰਤਰਜਾਮੀ ਨੇ, ਮਹਾਤਮਾ ਨੇ, ਮਹਾਂਪੁਰਸ਼ ਨੇ, ਅਕਾਲ ਪੁਰਖ ਦੇ ਨਾਲ ਲਿਵ ਲੱਗੀ ਹੋਈ ਉਹਨਾਂ ਦੀ, ਅਤੇ ਮੈਂ ਤਾਂ ਜਾਣਾਂਗਾ ਜੇ ਤੂੰ ਅਸਮੇਧ ਜੱਗ ਤੇਰਾ ਕੀਤਾ ਹੋਇਆ ਕਿ ਮੈਂ ਉਹਨਾਂ ਦੇ ਕੋਲ ਜਾਵਾਂ, ਮੈਂ ਅਰਜ਼ ਵੀ ਨਹੀਂ ਕਰਨੀ, ਮੈਨੂੰ ਆਸਣ ਦੇਣ, ਮੈਂ ਤਾਂ ਮੰਨਾਂਗਾ ਕਿ ਉਹ ਅੰਤਰਜਾਮੀ ਨੇ, ਤੂੰ ਸਹੀ ਥਾਂ 'ਤੇ ਪਿੱਪਲ ਕਟਾ ਕੇ ਅਸਮੇਧ ਜੱਗ ਕੀਤਾ ਹੈ। ਉਹ ਕਹਿੰਦਾ ਠੀਕ ਹੈ। ਉਹ ਦੋਵੇਂ ਬ੍ਰਾਹਮਣ ਆਏ, ਸੱਚ ਪਾਤਸ਼ਾਹ ਜੀ ਦੇ ਚਰਨਾਂ 'ਚ ਆਣ ਕੇ ਉਹਨਾਂ ਨੇ ਮੱਥਾ ਟੇਕਿਆ, ਅਤੇ ਸਤਿਗੁਰੂ ਹਰੀ ਸਿੰਘ ਜੀ ਬਚਨ ਕੀਤਾ, ਰਾਗਾ ਸਿੰਘ ਦੇ ਭਾਈ ਇਹਨੂੰ ਆਸਣ ਲਿਆ ਕੇ ਦੇ। ਉਹਨੇ ਮੱਥਾ ਟੇਕਿਆ, ਉਸੇ ਵੇਲੇ ਲਿਆ ਕੇ ਆਸਣ ਦੇ ਦਿੱਤਾ। ਬ੍ਰਾਹਮਣ ਦਾ ਜਿਹੜਾ ਸ਼ੰਕਾ ਸੀ ਉਹ ਦੂਰ ਹੋ ਗਿਆ। ਉਹ ਕਹਿਣ ਲੱਗਾ, ਠੀਕ, ਤੂੰ ਅਸਮੇਧ ਜੱਗ ਕੀਤਾ ਹੈ, ਅੰਤਰਜਾਮੀ ਸਤਿਗੁਰ ਨੇ, ਤੂੰ ਚੰਗੇ ਥਾਂ 'ਤੇ ਸੇਵਾ ਕੀਤੀ ਹੈ। ਇਸ ਤਰ੍ਹਾਂ ਇਹ ਨਹੀਂ ਕਿ ਸੱਚ ਪਾਤਸ਼ਾਹ ਜੀ ਸਿਰਫ ਨਾਮਧਾਰੀਆਂ 'ਤੇ ਕਿਰਪਾ ਕਰਦੇ ਨੇ, ਜਿਹੜਾ ਵੀ ਉਹਨਾਂ ਦੀ ਸ਼ਰਨ ਵਿੱਚ ਆਉਂਦਾ ਹੈ, ਆਪਣੇ ਮਨ ਦੀ ਭਾਵਨਾ ਜਿਸ ਤਰ੍ਹਾਂ ਦੀ ਵੀ ਲੈ ਕੇ ਆਉਂਦਾ ਹੈ, ਸੱਚ ਪਾਤਸ਼ਾਹ ਜੀ ਕਿਰਪਾ ਕਰਕੇ ਉਹ ਪੂਰੀ ਕਰਦੇ ਨੇ। ਬਿਸ਼ਨ ਸਿੰਘ ਬੜਾ ਤਾਕਤਵਰ ਸਿੱਖ ਸੀਗਾ, ਸੇਵਾ ਕਰਦਾ ਸੀ, ਤਬੇਲੇ ਵਿੱਚ ਮਾਲ ਡੰਗਰ ਸਾਂਭਦਾ ਸੀ। ਇੱਕ ਦਿਨ ਉਹਨੇ ਤੂੜੀ ਦੀ ਪੰਡ ਚੁੱਕੀ ਹੋਈ ਸੀ, ਤੂੜੀ, ਅਤੇ ਉਹ ਲੈ ਕੇ ਜਾਣਾ ਸੀ ਦਰਵਾਜ਼ੇ ਦੇ ਵਿੱਚੋਂ ਨਿਕਲਣਾ ਸੀ ਡਿਓੜੀ ਦੇ। ਡਿਓੜੀ ਦੇ ਵਿੱਚ ਹੌਲਦਾਰ ਦੇ ਆਪਣਾ ਮੰਜਾ ਵਿਛਾਇਆ ਸੀ ਅਤੇ ਮੰਜੇ ਉੱਤੇ ਬੈਠਾ ਸੀ। ਹੁਣ ਸਿੱਖ ਜਦੋਂ ਤੂੜੀ ਦੀ ਪੰਡ ਲੈ ਕੇ ਨਿਕਲਿਆ, ਦਰਵਾਜ਼ਾ ਬਹੁਤ ਵੱਡਾ ਜ਼ਿਆਦਾ ਨਹੀਂ ਸੀ, ਅਤੇ ਉਹ ਤੂੜੀ ਦੀ ਪੰਡ ਲੈ ਕੇ ਲੰਘਣ ਲੱਗਾ, ਅਤੇ ਤੂੜੀ ਥੋੜ੍ਹੀ ਜਿਹੀ ਡਿੱਗ ਕੇ ਉਸ ਹੌਲਦਾਰ ਦੇ ਬਿਸਤਰੇ 'ਤੇ ਡਿੱਗ ਗਈ। ਥੋੜ੍ਹੀ ਜਿਹੀ ਤੂੜੀ ਡਿੱਗ ਗਈ ਅਤੇ ਹੌਲਦਾਰ ਨੇ ਬਹੁਤ ਗੁੱਸਾ ਕੀਤਾ। ਸਿੰਘ ਤਬੇਲੇ ਵਿੱਚ ਚਲਾ ਗਿਆ, ਹੌਲਦਾਰ ਵੀ ਮਗਰ ਗਿਆ ਅਤੇ ਜਾ ਕੇ ਸਿੱਖ ਨੂੰ ਉੱਥੋਂ ਫੜ ਕੇ ਲਿਆਇਆ, ਕੇਸਾਂ ਤੋਂ ਫੜ ਲਿਆ, ਦਸਤਾਰ ਲਾ ਕੇ, ਧੂ ਕੇ, ਖਿੱਚ ਕੇ ਉਹਨੂੰ ਤਬੇਲੇ 'ਚੋਂ ਡਿਓੜੀ ਅੱਗੇ ਲਿਆ ਕੇ ਉਸ ਸਿੱਖ ਨੂੰ ਕੁੱਟਿਆ। ਪਹਿਲਾਂ ਮੁੱਕੀਆਂ ਨਾਲ ਕੁੱਟਿਆ, ਫਿਰ ਡਾਂਗਾਂ ਨਾਲ ਕੁੱਟਿਆ, ਸਿਰਫ ਇੰਨੀ ਗੱਲ ਤੋਂ ਕਿ ਤੂੰ ਮੇਰੇ ਉੱਤੇ ਤੂੜੀ ਕਿਉਂ ਸੁੱਟੀ। ਕੇਸਾਂ ਨੂੰ ਫੜ ਕੇ, ਕੇਸ ਵੀ ਜਿਹੜੇ ਸੀ ਉਹ ਮਿੱਟੀ ਵਿੱਚ
ਰੋਲੇ, ਇੰਨੀ ਬੇਅਦਬੀ ਵੀ ਕੀਤੀ ਕੇਸਾਂ ਦੀ। ਸਿੱਖ ਜਿਹੜਾ ਸੀ ਅੱਗੋਂ ਬਹੁਤ ਜੋਸ਼ੀਲਾ ਸੀ, ਗੁੱਸੇ ਵਾਲਾ ਵੀ ਸੀ, ਤਾਕਤਵਰ ਵੀ ਸੀ, ਉਹ ਜਵਾਬ ਵੀ ਦੇ ਸਕਦਾ ਸੀ। ਪਰ ਉੱਧਰੋਂ ਸਤਿਗੁਰੂ ਹਰੀ ਸਿੰਘ ਜੀ ਆ ਗਏ, ਸੱਚ ਪਾਤਸ਼ਾਹ ਜੀ ਹੁਕਮ ਕੀਤਾ, ਨਾ ਭਾਈ ਸ਼ਾਂਤ ਰਹਿਣਾ, ਆਪਾਂ ਤੇ ਦਿਨ ਕੱਟਣੇ ਨੇ। ਸਾਧ ਸੰਗਤ ਜੀ, ਇਸ ਤਰ੍ਹਾਂ ਦਾ ਮਾਹੌਲ ਸੀ ਸਿੱਖਾਂ ਵਾਸਤੇ। ਹਲਕੀ ਜਿਹੀ ਵੀ ਗਲਤੀ ਹੋ ਜਾਣੀ, ਉਹ ਥਾਣੇਦਾਰ ਜਾਂ ਹੌਲਦਾਰ ਜਿਹੜਾ ਬੈਠਾ ਹੁੰਦਾ ਸੀ, ਉਹਦੇ ਮਨ ਵਿੱਚ ਜਿਸ ਤਰ੍ਹਾਂ ਵੀ ਆਉਣੀ, ਉਹਨੇ ਉਸੇ ਤਰ੍ਹਾਂ ਹੀ ਸਿੱਖਾਂ ਦੇ ਨਾਲ ਕਰਨੀ। ਅਤੇ ਉਸ ਸਾਰੇ ਕੁਝ ਨੂੰ ਸਹਿਣ ਕਰਦੇ ਹੋਏ ਸਿੱਖ ਜਿਹੜੇ ਸਨ, ਉਹ ਉੱਥੇ ਆਪਣਾ ਸਮਾਂ ਬਤੀਤ ਕਰਦੇ ਨੇ ਅਤੇ ਮਨ ਵਿੱਚ ਕੋਈ ਰੋਸ ਨਹੀਂ ਕਰਦੇ ਕਿ ਸਾਡੇ ਨਾਲ ਇਸ ਤਰ੍ਹਾਂ ਕਿਉਂ ਹੋ ਰਿਹਾ। ਜਦੋਂ ਤੁਸੀਂ ਭਾਵਨਾ, ਜਿਸ ਭਾਵਨਾ ਨਾਲ ਆਉਂਦੇ ਹੋ ਸਤਿਗੁਰ ਦੇ ਕੋਲ, ਉਹ ਤੁਹਾਡੀ ਭਾਵਨਾ ਪੂਰਨ ਕਰਦੇ ਨੇ ਸੱਚ ਪਾਤਸ਼ਾਹ ਜੀ। ਦਰਸ਼ਨ ਦੇਖਤ ਦੋਖ ਨਸੇ, ਜਿਹੜਾ ਗੁਰਬਾਣੀ ਵਿੱਚ ਲਿਖਿਆ ਹੈ ਨਾ। ਇੱਕ ਸਿੱਖ ਸੀਗਾ, ਉਹ ਸੱਚ ਪਾਤਸ਼ਾਹ ਜੀ ਦੇ ਕੋਲ ਆਪਣੇ ਲੜਕੇ ਨੂੰ ਲੈ ਕੇ ਆਇਆ। ਉਹਦੇ ਲੜਕੇ ਨੂੰ ਦਰਦ ਹੋਣ ਲੱਗ ਗਈ। ਜਦੋਂ ਦਰਦ ਹੋਣ ਲੱਗ ਗਈ, ਘਰ ਵਿੱਚ ਅਖੰਡ ਪਾਠ ਕੀਤਾ ਪਰ ਉਹ ਫਿਰ ਵੀ ਠੀਕ ਨਾ ਹੋਇਆ। ਜਦੋਂ ਠੀਕ ਨਾ ਹੋਇਆ ਤਾਂ ਸਤਿਗੁਰੂ ਹਰੀ ਸਿੰਘ ਦੇ ਚਰਨਾਂ ਵਿੱਚ ਲੈ ਕੇ ਆਏ। ਜਦੋਂ ਸੱਚ ਪਾਤਸ਼ਾਹ ਦੇ ਚਰਨਾਂ ਵਿੱਚ ਲੈ ਕੇ ਆਏ ਅਤੇ ਦਰਸ਼ਨ ਕਰਕੇ ਹੀ ਉਹ ਸਿੱਖ ਠੀਕ ਹੋ ਗਿਆ। ਬੜਾ ਪਰਿਵਾਰ ਖੁਸ਼ ਹੋਇਆ, ਉਹ ਘਰੇ ਚਲ ਗਿਆ। ਜਦੋਂ ਘਰੇ ਗਿਆ ਤਾਂ ਉਸੇ ਸਿੱਖ ਦੀ ਜਿਹੜੀ ਇਸਤਰੀ ਸੀ, ਸਿੰਘਣੀ ਸੀ ਉਹਦੀ, ਉਹਨੂੰ ਵੀ ਦਰਦ ਹੋਣ ਲੱਗ ਗਿਆ। ਉਹ ਪਹਿਲਾਂ ਕਦੀ ਭੈਣੀ ਸਾਹਿਬ ਨਹੀਂ ਸੀ ਆਈ, ਕਿਉਂਕਿ ਕਈ ਵਾਰ ਪਹਿਲਾਂ ਉਹਨਾਂ ਸਮਿਆਂ ਵਿੱਚ ਪਰਿਵਾਰ 'ਚੋਂ ਇੱਕ ਸਿੱਖ ਨਾਮਧਾਰੀ ਬਣ ਜਾਣਾ, ਬਾਕੀ ਪਰਿਵਾਰ ਸਾਰਾ ਹਾਲੇ ਗੈਰ ਨਾਮਧਾਰੀ ਹੁੰਦਾ ਸੀ, ਜਿਸ ਕਰਕੇ ਕਈ ਵਾਰ ਦਿੱਕਤ ਵੀ ਆਉਣੀ। ਸਿੱਖ ਨੇ ਆਖਣਾ ਮੈਂ ਭਜਨ ਬਾਣੀ ਕਰਨਾ, ਅੰਮ੍ਰਿਤ ਵੇਲੇ ਉੱਠਣਾ, ਇਹ ਮਰਜ਼ਾਦਾ ਹੈ, ਪਰ ਅੱਗੋਂ ਲੜਾਈ ਵੀ ਹੁੰਦੀ ਸੀ ਘਰ ਵਿੱਚ ਇਹਨਾਂ ਗੱਲਾਂ ਤੋਂ। ਖੈਰ, ਉਹਦੀ ਸਿੰਘਣੀ ਜਿਹੜੀ ਸੀ ਸਿੱਖ ਦੀ, ਉਹ ਕਦੀ ਭੈਣੀ ਸਾਹਿਬ ਨਹੀਂ ਸੀ ਆਉਂਦੀ, ਪਰ ਜਦੋਂ ਦਰਦ ਉਹਦੀ ਨਾ ਹਟੀ ਕਿਸੇ ਤਰੀਕੇ, ਉਹ ਸਿੱਖ ਦੀ ਐਸੀ ਸ਼ਰਧਾ ਵੱਜੀ, ਉਹ ਕਹਿੰਦਾ ਹੁਣ ਕੋਈ ਪਾਠ ਨਹੀਂ, ਕੋਈ ਅਰਦਾਸ ਨਹੀਂ, ਤੂੰ ਮੇਰੇ ਨਾਲ ਚੱਲ, ਦਰਸ਼ਨ ਕਰੇਂਗੀ ਅਤੇ ਦਰਸ਼ਨ ਕਰਕੇ ਹੀ ਤੇਰੀਆਂ ਦੁੱਖ ਤਕਲੀਫਾਂ ਜਿਹੜੀਆਂ ਨੇ ਉਹ ਦੂਰ ਹੋ ਜਾਣਗੀਆਂ। ਉਹ ਅਕਸਰ ਨੂੰ ਜਦੋਂ ਦਰਦ ਹੁੰਦੀ ਹੈ, ਜਦੋਂ ਕੋਈ ਲੋੜ ਪੈਂਦੀ ਹੈ, ਉਦੋਂ ਤੇ ਹਰ ਕੋਈ ਹਰੇਕ ਗੱਲ ਮੰਨਣ ਨੂੰ ਤਿਆਰ ਹੋ ਜਾਂਦਾ ਹੈ। ਉਹ ਆਪਣੇ ਪਤੀ ਦਾ ਕਹਿਣਾ ਮੰਨ ਕੇ ਭੈਣੀ ਸਾਹਿਬ ਆਈ, ਆਣ ਕੇ ਉਹਨੇ ਵੀ ਦਰਸ਼ਨ ਕੀਤਾ। ਜਦੋਂ ਹੀ ਦਰਸ਼ਨ ਕੀਤਾ, ਉਹਦੀ ਦਰਸ਼ਨ ਕਰਕੇ ਹੀ ਦੁੱਖ ਜਿਹੜਾ ਸੀ ਉਹ ਦੂਰ ਹੋ ਗਿਆ। ਇਸ ਤਰ੍ਹਾਂ ਬਖਸ਼ਿਸ਼ ਕਰਦੇ ਨੇ, ਕਿਸੇ ਨੂੰ ਅਰਦਾਸਾਂ ਕਰਕੇ ਠੀਕ ਕਰਦੇ ਨੇ, ਕਿਸੇ ਨੂੰ ਦਰਸ਼ਨ ਦੇ ਕੇ ਠੀਕ ਕਰਦੇ ਨੇ। ਇਹ ਬਖਸ਼ਿਸ਼ਾਂ ਕਰ ਰਹੇ ਨੇ ਸਤਿਗੁਰੂ ਹਰੀ ਸਿੰਘ ਜੀ ਸਿੱਖਾਂ ਦੇ ਉੱਤੇ। ਇੱਕ ਸਮੇਂ ਲੰਗਰ ਦੇ ਉੱਤੇ ਚੰਦੋਵਾ ਬੰਨਿਆ ਹੋਇਆ ਸੀ, ਲੰਗਰ ਪਕਾਉਣ ਵਾਸਤੇ ਉੱਤੇ ਚੰਦੋਵਾ ਸੀ। ਚੰਦੋਵੇ ਦੇ ਉੱਤੇ ਦੋ ਪੰਛੀ ਆਣ ਕੇ ਡਿੱਗ ਗਏ, ਉੱਤੇ ਬੈਠੇ ਸਨ, ਉਹ ਡਿੱਗ ਗਏ। ਸਿੱਖਾਂ ਨੂੰ ਧਿਆਨ ਨਾ ਕੀਤਾ ਕਿ ਜਦੋਂ ਉਹਨਾਂ ਨੇ ਉਹ ਚੰਦੋਵਾ ਲਾਇਆ ਅਤੇ ਜਿਹੜੇ ਪੰਛੀ ਸਨ ਉਹ ਵਿੱਚੇ ਹੀ ਲਪੇਟੇ ਗਏ। ਜਦੋਂ ਉਹ ਵਿੱਚੇ ਹੀ ਲਪੇਟੇ ਗਏ, ਉਹ ਪੰਛੀ ਦੋਨੇ ਮਰ ਗਏ। ਸਿੱਖਾਂ ਨੇ ਜਾ ਕੇ ਸੱਚ ਪਾਤਸ਼ਾਹ ਦੇ ਚਰਨਾਂ ਵਿੱਚ ਅਰਜ਼ ਕੀਤੀ, ਕਿਉਂਕਿ ਅਖੰਡ ਪਾਠ ਦਾ ਭੋਗ ਪੈਣ ਲੱਗਾ ਸੀ, ਲੰਗਰ ਤਿਆਰ ਹੋ ਰਿਹਾ ਸੀ, ਲੰਗਰ ਦੇ ਉੱਤੇ ਚੰਦੋਵਾ ਲਾਇਆ ਹੋਇਆ ਸੀ। ਜਦੋਂ ਸੱਚ ਪਾਤਸ਼ਾਹ ਨੂੰ ਅਰਜ਼ ਕੀਤੀ ਕਿ ਪਾਤਸ਼ਾਹ ਇਸ ਤਰ੍ਹਾਂ ਇੱਕ ਪੰਛੀਆਂ ਦਾ ਜੋੜਾ ਜਿਹੜਾ ਸੀ ਉਹ ਮਰ ਗਿਆ ਆ ਗਲਤੀ ਦੇ ਨਾਲ, ਸੱਚ ਪਾਤਸ਼ਾਹ ਜੀ ਹੁਕਮ ਕੀਤਾ, ਕੋਈ ਗੱਲ ਨਹੀਂ, ਤੁਸੀਂ ਹੁਣ ਪਾਠ ਦਾ ਭੋਗ ਪਾਉਣਾ ਅਤੇ ਪਾਠ ਦੇ ਭੋਗ ਦੇ ਨਾਲ ਹੀ ਉਹਨਾਂ ਪੰਛੀਆਂ ਦਾ ਵੀ ਭੋਗ ਪਾਓ, ਸਧਾਰਨ ਪਾਠ ਦਾ। ਧੰਨ ਸਤਿਗੁਰ ਨੇ ਜੀਵਾਂ ਦਾ ਤਾਂ ਉਧਾਰ ਕਰਦੇ ਹੀ ਕਰਦੇ ਨੇ, ਪਰ ਉਹ ਪੰਛੀਆਂ ਦਾ ਵੀ ਉਧਾਰ ਕੀਤਾ ਪਾਠ ਦਾ ਭੋਗ ਪਵਾ ਕੇ। ਨਾਲ ਬਚਨ ਕੀਤਾ ਕਿ ਜਿਹੜਾ ਵੀ ਭੈਣੀ ਸਾਹਿਬ ਦੇ ਉੱਤੋਂ ਪੰਛੀ ਲੰਘ ਜਾਏਗਾ, ਉਹਦੀ 84 ਕੱਟੀ ਜਾਏਗੀ, ਉਹ ਅਗਲਾ ਜਨਮ ਕਿਸੇ ਸਿੱਖ ਦੇ ਘਰ ਵਿੱਚ ਲਏਗਾ। ਸਿੱਖ ਦੇ ਘਰ ਵਿੱਚ ਜਨਮ ਲੈ ਕੇ ਭਜਨ ਪੁੱਛੇਗਾ, ਫਿਰ ਉਹ ਭਜਨ ਬਾਣੀ ਕਰੇਗਾ ਅਤੇ ਉਹ ਤਪ ਕਰੇਗਾ ਜਦੋਂ, ਫਿਰ ਉਹਦੀ 84 ਕੱਟੀ ਜਾਏਗੀ। ਭੈਣੀ ਸਾਹਿਬ ਦੇ ਉੱਤੋਂ ਪੰਛੀ ਨੂੰ ਨਿਕਲਣ ਦੇ ਨਾਲ ਹੀ ਇਹ ਉਹਦਾ ਭਾਗ ਜਾਂ ਉਹਨੂੰ ਜਿਹੜਾ ਫਲ ਮਿਲਣਾ ਹੈ ਕਿ ਉਹ ਅਗਲੇ ਜਨਮ ਵਿੱਚ ਕਿਸੇ ਸਿੱਖ ਦੇ ਘਰ ਵਿੱਚ ਜਾਏਗਾ। ਇਹ ਸੱਚ ਪਾਤਸ਼ਾਹ ਜੀ ਸਤਿਗੁਰੂ ਰਾਮ ਸਿੰਘ ਜੀ ਬਚਨ ਕੀਤਾ ਸੀ। ਭੈਣੀ ਸਾਹਿਬ ਦੀ ਜਿਹੜੀ ਤਪੋ ਭੂਮੀ ਹੈ, ਉਹਨੇ ਗਹਿਣੇ ਪਹਿਰੇ ਹੋਏ ਨੇ, ਉਹ ਭਗਵਾਨ ਰਾਮ ਚੰਦਰ ਜੀ ਦੇ ਵੇਲੇ ਦਾ ਤਪ ਸਥਾਨ ਆ। ਇਹ ਬਹੁਤ ਪਵਿੱਤਰ ਸਥਾਨ ਆ। ਇਸ ਤਰ੍ਹਾਂ ਸਤਿਗੁਰੂ ਰਾਮ ਸਿੰਘ ਜੀ ਬਚਨ ਕਰਦੇ ਸਨ। ਮੈਂ ਇਹ ਬਚਨ ਸਤਿਗੁਰੂ ਜਗਜੀਤ ਸਿੰਘ ਜੀ ਤੋਂ ਵੀ ਬੜੀ ਵਾਰੀ ਸੁਣਿਆ ਹੈ। ਸੱਚ ਪਾਤਸ਼ਾਹ ਜੀ ਇਸ ਤਰ੍ਹਾਂ ਕਿਸੇ ਨੇ ਅਰਜ਼ ਕਰਨੀ ਜੀ, ਕੋਈ ਗਲਤੀ ਨਾਲ
ਮੇਰੇ ਵੱਡੇ ਭਾਜੀ ਸੁਦਰਸ਼ਨ ਸਿੰਘ, ਉਹਨਾਂ ਦਾ ਨਾ ਇੱਕ ਐਕਸੀਡੈਂਟ ਹੋਇਆ। ਐਕਸੀਡੈਂਟ ਵਿੱਚ ਰਾਤ ਦਾ ਟਾਈਮ ਸੀ, ਗੱਡੀ ਬਹੁਤ ਤੇਜ਼ ਚਲਾ ਰਹੇ ਸੀਗੇ, ਅੱਗੇ ਹਨੇਰਾ ਹੋਣ ਕਰਕੇ ਰਾਤ ਨੂੰ ਕੱਟਾ ਆ ਗਿਆ। ਉਹ ਜਦੋਂ ਐਕਸੀਡੈਂਟ ਹੋਇਆ ਗੱਡੀ ਟੋਟਲ ਹੋ ਗਈ, ਪਰ ਉਹਨਾਂ ਨੂੰ ਸਕਰੈਚ ਵੀ ਨਾ ਆਇਆ। ਉਹ ਕੱਟਾ ਤਾਂ ਖੈਰ ਮਰ ਹੀ ਜਾਣਾ ਸੀ ਜਦੋਂ ਇੰਨੀ ਜ਼ੋਰ ਦਾ ਉਹਦੇ ਨਾਲ ਟੱਕਰ ਵੱਜੀ। ਸੱਚ ਪਾਤਸ਼ਾਹ ਨੂੰ ਅਰਜ਼ ਕੀਤੀ, ਸੱਚ ਪਾਤਸ਼ਾਹ ਜੀ ਹੁਕਮ ਕੀਤਾ ਇੱਕ ਪਾਠ ਦਾ ਭੋਗ ਪਵਾ ਦਿਓ ਉਹਦੇ ਨਿਮਿਤ। ਮੈਂ ਹੋਰ ਵੀ ਕਈ ਵਾਰ ਸੁਣਿਆ ਕਿਸੇ ਨੇ ਅਰਜ਼ ਕਰਨੀ ਜੀ ਇਸ ਤਰ੍ਹਾਂ ਗਲਤੀ ਨਾਲ ਇਸ ਤਰ੍ਹਾਂ ਕਾਰਨ ਬਣ ਗਿਆ, ਕੋਈ ਜੀਵ ਚੜਾਈ ਕਰ ਗਿਆ ਅਤੇ ਸੱਚ ਪਾਤਸ਼ਾਹ ਜੀ ਹੁਕਮ ਕਰਨਾ ਕਿ ਉਹਦੇ ਨਿਮਿਤ ਭੋਗ ਪਵਾ ਦਿਓ। ਇਹ ਆ ਗੁਰੂ ਘਰ ਦੇ ਵਿੱਚ ਪਰੰਪਰਾ ਕਿ ਜਦੋਂ ਸਿੱਖਾਂ ਦਾ ਤਾਂ ਭੋਗ ਪੈਣਾ ਹੀ ਪੈਣਾ ਹੈ, ਪਰ ਜੀਵ ਜੰਤੂਆਂ ਦਾ ਵੀ ਉਧਾਰ ਕਰਨ ਵਾਸਤੇ ਸੱਚ ਪਾਤਸ਼ਾਹ ਜੀ ਇਸੇ ਤਰ੍ਹਾਂ ਉਹਨਾਂ ਦੇ ਬਖਸ਼ਿਸ਼ ਕਰਦੇ ਨੇ ਕਿ ਉਹਨਾਂ ਦੇ ਵੀ ਭੋਗ ਪਵਾਓ। ਸਤਿਗੁਰੂ ਹਰੀ ਸਿੰਘ ਜੀ ਛੁੱਟੀ ਮਿਲੀ 10 ਦਿਨਾਂ ਦੀ ਦੌਰਾ ਕਰਨ ਵਾਸਤੇ, ਕਿਉਂਕਿ ਭੈਣੀ ਸਾਹਿਬ ਤੋਂ ਬਾਹਰ ਜਦੋਂ ਵੀ ਜਾਣਾ ਹੁੰਦਾ ਸੀ ਕਿਸੇ ਪਾਸੇ ਜਾਂ ਕਿਸੇ ਸਿੱਖ ਨੇ ਅਰਜ਼ ਕਰਨੀ ਕਿਰਪਾ ਕਰੋ ਦਰਸ਼ਨ ਦਿਓ, ਅਤੇ ਛੁੱਟੀ ਲੈ ਕੇ ਹੀ ਜਾਣਾ ਹੁੰਦਾ ਸੀ। ਸਤਿਗੁਰੂ ਹਰੀ ਸਿੰਘ ਜੀ ਨੂੰ 10 ਦਿਨਾਂ ਦੀ ਛੁੱਟੀ ਮਿਲੀ ਕਿ 10 ਦਿਨ ਤੋਂ ਵੱਧ ਤੁਸੀਂ ਕਿਤੇ ਨਹੀਂ ਜਾ ਸਕਦੇ। ਅਤੇ ਜਦੋਂ ਜਾਣਾ ਹੁੰਦਾ ਸੀ ਉਹ ਦੱਸਣਾ ਹੁੰਦਾ ਸੀ ਕਿਸ ਕਿਸ ਪਿੰਡ ਵਿੱਚ ਕਿਸ ਕਿਸ ਸ਼ਹਿਰ ਵਿੱਚ ਜਾਣਾ, ਉੱਥੇ ਕਿੰਨੇ ਸਿੱਖ ਇਕੱਠੇ ਹੋਣਗੇ। ਮੈਂ ਅੱਗੇ ਵੀ ਇਹਦੇ ਅਰਜ਼ੀ ਕੀਤੀ ਸੀ, ਸਿੱਖ ਜੇ 50 ਸਿੱਖਾਂ ਦੀ ਅਰਜ਼ੀ ਪਰਮਿਸ਼ਨ ਮਿਲੀ ਹੈ ਕਿ ਤੁਸੀਂ 50 ਸਿੱਖ ਇਕੱਠੇ ਹੋ ਕੇ ਪ੍ਰੋਗਰਾਮ ਕਰ ਲਓ। ਜੇ 50 ਤੋਂ ਵੱਧ ਗਏ ਨੇ ਅਤੇ ਉਹ ਉਸੇ ਵੇਲੇ ਹੀ ਸਾਰਾ ਦੌਰਾ ਕੈਂਸਲ ਕਰਕੇ ਅਰਜ਼ੀ ਖਾਰਜ ਕਰਕੇ ਜਿਹੜੀ ਪਰਮਿਸ਼ਨ ਹੁੰਦੀ ਸੀ ਉਸੇ ਵੇਲੇ ਹੀ ਉਹਨੂੰ ਖਾਰਜ ਕੀਤਾ ਜਾਂਦਾ ਸੀ ਅਤੇ ਹੁਕਮ ਕੀਤਾ ਜਾਂਦਾ ਸੀ ਇੱਥੋਂ ਵਾਪਸ ਭੈਣੀ ਸਾਹਿਬ ਜਾਓ, ਇੱਦੋਂ ਅੱਗੇ ਦੌਰਾ ਨਹੀਂ ਕਰ ਸਕਦੇ। ਇਸੇ ਤਰ੍ਹਾਂ ਹੀ ਸੱਚ ਪਾਤਸ਼ਾਹ ਜੀ ਨੂੰ 10 ਦਿਨਾਂ ਦੀ ਛੁੱਟੀ ਮਿਲੀ। ਸਤਿਗੁਰੂ ਹਰੀ ਸਿੰਘ ਜੀ ਛੁੱਟੀ ਗਏ। ਆਸਾ ਦੀ ਵਾਰ ਲੱਗੀ ਹੈ। ਆਸਾ ਦੀ ਵਾਰ ਦੇ ਵਿੱਚ ਰਾਗਾ ਸਿੰਘ ਆਸਾ ਦੀ ਵਾਰ ਲੱਗੀ ਹੈ, ਹਲੇ 2 ਛੱਕੇ ਰਹਿੰਦੇ ਸਨ ਪੜ੍ਹਨ ਵਾਲੇ, ਭੋਗ ਪੈਣ ਹੀ ਵਾਲਾ ਸੀ। ਅਤੇ ਉਸੇ ਟਾਈਮ ਸੱਚ ਪਾਤਸ਼ਾਹ ਜੀ ਢਿੱਲੇ ਹੋ ਗਏ ਅਤੇ ਸਤਿਗੁਰੂ ਹਰੀ ਸਿੰਘ ਜੀ ਉੱਥੋਂ ਚੱਲਦੇ ਹੋਏ ਬਾਹਰ ਨੂੰ ਗਏ, ਮਗਰ ਰਾਗਾ ਸਿੰਘ ਵੀ ਗਿਆ। ਜਾ ਕੇ ਸੱਚ ਪਾਤਸ਼ਾਹ ਜੀ ਬਿਮਾਰ ਹੋ ਗਏ, ਮੈਦਾਨ ਜਾਣ ਲੱਗ ਗਏ, ਦਸਤ ਲੱਗ ਗਏ। ਮੈਂ ਅਰਜ਼ ਕੀਤੀ ਸੀ ਨਾ ਜੀ, ਪਲੇਗ ਦੀ ਬਿਮਾਰੀ ਚੱਲ ਰਹੀ ਸੀ। ਇਹ ਉਹੀ ਸਮਾਂ ਹੈ ਹਾਲੇ, ਕਿਉਂਕਿ 1896 ਤੋਂ ਲੈ ਕੇ 1911 ਤੱਕ ਚੱਲਦੀ ਰਹੀ, ਅਤੇ ਇਹ ਉਹੀ ਪਲੇਗ ਦੀ ਬਿਮਾਰੀ ਸੀ, ਜਿਸ ਕਰਕੇ ਸਤਿਗੁਰੂ ਹਰੀ ਸਿੰਘ ਜੀ ਦਾ ਫਿਰ ਜਿਹੜੀ ਸਿਹਤ ਸੀ ਉਹ ਢਿੱਲੀ ਹੋ ਗਈ। ਸਿਹਤ ਢਿੱਲੀ ਹੋ ਗਈ। ਸਿੱਖਾਂ ਨੇ ਆਣ ਕੇ ਜਦੋਂ ਪਤਾ ਲੱਗਾ ਕਿ ਇਲਾਜ ਕੀਤਾ, ਦਵਾਈ ਦਿੱਤੀ, ਪਰ ਕਿਸੇ ਵੀ ਤਰੀਕੇ ਉਹ ਰਾਜੀ ਨਾ ਹੋਏ, ਠੀਕ ਨਾ ਹੋਏ, ਅਤੇ ਸਿੱਖਾਂ ਨੇ ਅਰਜ਼ ਕੀਤੀ ਕਿ 2 ਅਖੰਡ ਪਾਠ ਕਰਾਵਾਂਗੇ। 2 ਅਖੰਡ ਪਾਠ ਕਰਾਉਣ ਦਾ ਅਰਦਾਸਾ ਕੀਤਾ। ਉਸੇ ਵੇਲੇ ਸਿਹਤ ਜਿਹੜੀ ਸੀ ਉਹ ਠੀਕ ਹੋ ਗਈ। ਦੌਰਾ ਚੱਲਦਾ ਗਿਆ। ਸੱਚ ਪਾਤਸ਼ਾਹ ਜੀ ਉਟਾਲੀ ਗਏ। ਉਟਾਲੀ ਜਾ ਕੇ ਇੱਕ ਸਿੱਖ ਨੇ ਅਰਜ਼ ਕੀਤੀ ਕਿ ਮੈਂ ਆਪਣੀ ਲੜਕੀ ਦੇ ਆਨੰਦ ਪੜ੍ਹਾਉਣੇ ਨੇ। ਉਹਦਾ ਆਨੰਦ ਪੜ੍ਹਾਇਆ। ਉੱਥੋਂ ਉਟਾਲੀ ਤੋਂ ਦਿਆਲਪੁਰੇ ਗਏ। ਦਿਆਲਪੁਰੇ ਦਰਸ਼ਨ ਦੇ ਕੇ ਅੱਗੋਂ ਖੰਨੇ ਚਲੇ ਗਏ। ਖੰਨੇ ਆਣ ਕੇ ਸਿਪਾਹੀ ਮਿਲਿਆ। ਉਹ ਸਿਪਾਹੀ ਨੇ ਇਹ ਗੱਲ ਆਖੀ ਕਿ ਤੁਹਾਡੇ ਕੋਲ ਮਨਜ਼ੂਰੀ ਸਿਰਫ ਇਸ 2-3 ਨਗਰਾਂ ਦੀ ਸੀ, ਤੁਸੀਂ ਖੰਨੇ ਕਿਉਂ ਆਏ? ਤੁਸੀਂ ਖੰਨੇ ਨਹੀਂ ਸੀ ਆ ਸਕਦੇ। ਜਦੋਂ ਇਹ ਗੱਲ ਹੋਈ ਤਾਂ ਸਿਪਾਹੀ ਨੇ ਆਖਿਆ ਕਿ ਦਾਨਾ ਸਿੰਘ ਅਤੇ ਦਰਬਾਰਾ ਸਿੰਘ ਨੂੰ ਮੇਰੇ ਕੋਲ ਭੇਜੋ, ਥਾਣੇ ਭੇਜੋ। ਥਾਣੇ ਭੇਜਣ ਤੋਂ ਭਾਵ ਇਹ ਹੀ ਸੀਗਾ ਕਿ ਕਿਉਂਕਿ ਦਰਬਾਰਾ ਸਿੰਘ ਜੀ ਜਾ ਕੇ ਇਹ ਸਰਕਾਰੀ ਕਾਰਜ ਕਰਦੇ ਸਨ, ਮਨਜ਼ੂਰੀ ਲੈ ਕੇ ਆਉਂਦੇ ਸਨ, ਅਤੇ ਉਹਨਾਂ ਨਾਲ ਪੁੱਛ-ਗਿੱਛ ਕਰਕੇ ਅਤੇ ਇਹ ਦੌਰੇ ਨੂੰ ਕੈਂਸਲ ਕਰਨਾ ਸੀ ਉਹਨਾਂ ਨੇ। ਜਦੋਂ ਬਾਬਾ ਦਰਬਾਰਾ ਸਿੰਘ ਜੀ, ਦਾਨਾ ਸਿੰਘ ਜੀ ਜਾਂਦੇ ਨੇ, ਉਹ ਜਾਂਦੇ ਨੇ, ਹਲੇ ਸਿਪਾਹੀ ਜਿਹੜਾ ਸੀਗਾ ਉਹਦੇ ਨਾਲ ਹੌਲਦਾਰ ਜੀ, ਉਹ ਕਹਿ ਰਿਹਾ ਕਿ ਹੌਲਦਾਰ ਹਲੇ ਥਾਣੇ ਵਿੱਚ ਨਹੀਂ ਹੈਗਾ, ਕਿ ਇਸ ਕਰਕੇ ਮੈਂ ਕੁਝ ਕਰ ਨਹੀਂ ਸਕਦਾ। ਸਿੱਖਾਂ ਨੇ ਆਖਿਆ ਵੀ ਕੋਈ ਗੱਲ ਨਹੀਂ, ਸਾਨੂੰ ਪਰਮਿਸ਼ਨ ਦੇ ਦੇਵੋ। ਸਿੱਖ ਨੇ ਆਖਿਆ ਸੀ ਤਾਂ ਖੰਨੇ ਗਏ ਹਾਂ, ਉਹ ਪਰ ਨਾ ਮੰਨਿਆ ਅਫਸਰ ਜਿਹੜਾ ਸੀਗਾ। ਉੱਧਰੋਂ ਆਣ ਕੇ ਇੱਕ ਹੋਰ ਬੰਦੇ ਨੇ ਇਹ ਗੱਲ ਆਖੀ ਕਿ ਇੱਥੇ ਪਿੰਡ ਵਿੱਚ ਇੱਕ ਔਰਤ ਨੂੰ ਵੱਢ ਦਿੱਤਾ ਕਿਸੇ ਨੇ, ਅਤੇ ਸਹਿਕਦੀ ਪਈ ਹੈ, ਉਹ ਮਰਨ ਕੰਢੇ ਆ। ਸਿਪਾਹੀ ਨੇ ਸਾਰਾ ਕੇਸ ਵਿੱਚੇ ਛੱਡ ਦਿੱਤਾ ਅਤੇ ਆਖਿਆ ਤੁਸੀਂ ਜਾਓ, ਮੈਂ ਦੂਸਰੇ ਕੇਸ ਮਗਰ ਜਾਣਾ। ਇੱਥੋਂ ਇਸ ਗੱਲੋਂ ਸਿੱਖ ਬਚ ਗਏ। ਸਤਿਗੁਰੂ ਹਰੀ ਸਿੰਘ ਜੀ ਦਾ ਨਾਮ ਲੈਂਦੇ ਨੇ ਕਿ ਬਖਸ਼ਿਸ਼ ਕੀਤੀ, ਕਿਸੇ ਤਰੀਕੇ ਅਸੀਂ ਬਚ ਕੇ ਦੌਰਾ ਕੈਂਸਲ ਨਹੀਂ ਹੋਇਆ। ਸਿੱਖ ਵਾਪਸ ਖੰਨੇ ਆਉਂਦੇ ਨੇ। ਖੰਨੇ ਤੋਂ ਸੱਚ ਪਾਤਸ਼ਾਹ ਜੀ ਫਿਰ
ਦੀਵੇ ਪਿੰਡ ਜਾਂਦੇ ਨੇ। ਦੀਵੇ ਤੇ ਜਰਖੜੀ ਵਾਲਾ ਸਮੁੰਦ ਸਿੰਘ ਆਇਆ, ਉਹਨੇ ਆਣ ਕੇ ਅਰਜ਼ ਕੀਤੀ ਮੇਰੇ ਘਰੇ ਲੰਗਰ ਕਰੋ। ਸੱਚ ਪਾਤਸ਼ਾਹ ਜੀ ਹੁਕਮ ਕੀਤਾ ਕਿ ਸਾਡੇ ਕੋਲੋਂ ਇਸ ਪਿੰਡ ਤੋਂ ਬਾਹਰ ਨਹੀਂ ਜਾ ਸਕਦੇ, ਸਾਡੇ ਕੋਲ ਕਾਗਜ਼ ਨਹੀਂ ਹਨ। ਇਹ ਕਿੰਨੀ ਔਖੀ ਗੱਲ ਆ। ਅੱਜ ਕੱਲ੍ਹ ਜਦੋਂ ਮੈਂ ਵੇਖਿਆ ਵੀ ਜਿਹੜੇ ਪਾਕਿਸਤਾਨ ਦੇ ਲੋਕ ਨੇ, ਜਦੋਂ ਉਹ ਪੰਜਾਬ ਵਿੱਚ ਆਉਂਦੇ ਨੇ, ਉਹਨਾਂ ਨੂੰ ਵੀ ਇਕੱਲੇ ਪਿੰਡ ਦਾ, ਸ਼ਹਿਰ ਦਾ ਨਾਂ ਲਿਖ ਕੇ ਵੀਜ਼ਾ ਦਿੱਤਾ ਜਾਂਦਾ, ਪਲੱਸ ਡੇਟ ਲਿਖੀ ਹੁੰਦੀ ਹੈ ਕਿ ਤੁਸੀਂ ਦਿਨ ਇੱਥੇ ਬਤੀਤ ਕਰਨਾ, ਰਾਤ ਇੱਥੇ ਬਤੀਤ ਕਰਨੀ ਹੈ। ਜੇ ਉਹ ਫੜੇ ਜਾਣ ਤਾਂ ਉਸੇ ਵੇਲੇ ਫੜ ਕੇ ਉਹਨਾਂ ਨੂੰ ਥਾਣੇ ਲਿਜਾਇਆ ਜਾਂਦਾ, ਉੱਥੋਂ ਥਾਣਿਓਂ ਥਾਣੀ ਉਹਨਾਂ ਨੂੰ ਵਾਪਸ ਬਾਰਡਰ ਕ੍ਰਾਸ ਕਰਾ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਹੀ ਜਦੋਂ ਇੰਡੀਅਨ ਲੋਕ ਜਿਹੜੇ ਨੇ, ਜਦੋਂ ਉਹ ਪਾਕਿਸਤਾਨ ਵਿੱਚ ਜਾਂਦੇ ਨੇ, ਉਹਨਾਂ ਦੇ ਉੱਤੇ ਅੱਜ ਵੀ ਇਸੇ ਤਰ੍ਹਾਂ ਹੀ ਪਾਬੰਦੀ ਹੁੰਦੀ ਹੈ ਕਿ ਤੁਸੀਂ ਰਾਤ ਕਿੱਥੇ ਰਹੋਗੇ, ਦਿਨ ਕਿੱਥੇ ਰਹੋਗੇ। ਉਹ ਸ਼ਹਿਰਾਂ ਦੇ ਵੀਜ਼ੇ ਲੱਗਦੇ ਨੇ, ਪੂਰੀ ਕੰਟਰੀ ਦਾ ਵੀਜ਼ਾ ਨਹੀਂ ਲੱਗਦਾ। ਪਰ ਇਹ ਤਾਂ ਸਾਡਾ ਆਪਣਾ ਹੀ ਦੇਸ਼ ਆ, ਜਿਹਦੇ ਵਿੱਚ ਅੰਗਰੇਜ਼ਾਂ ਨੇ ਇਹ ਪਾਬੰਦੀ ਲਾਈ ਹੋਈ ਸੀ ਕਿ ਸਤਿਗੁਰੂ ਹਰੀ ਸਿੰਘ ਜੀ ਕਿਸੇ ਵੀ ਤਰੀਕੇ ਬਾਹਰ ਦੌਰਾ ਕਰਨ ਜਦੋਂ ਜਾਣਾ ਹੈ, ਉਹਨਾਂ ਨੂੰ ਇਕੱਲੇ ਪਿੰਡ ਦਾ ਨਾਂ ਲਿਖ ਕੇ ਪਰਮਿਸ਼ਨ ਲੈਣੀ ਪੈਂਦੀ ਸੀ, ਕਿਉਂਕਿ ਅੰਗਰੇਜ਼ ਸਿਰਫ ਇਸੇ ਗੱਲ ਤੋਂ ਹੀ ਡਰਦੇ ਰਹਿੰਦੇ ਸਨ ਕਿ ਜਦੋਂ ਇਹ ਦੌਰਾ ਕਰਕੇ ਬਾਹਰ ਜਾਣਗੇ, ਜਿਸ ਤਰ੍ਹਾਂ ਸਤਿਗੁਰੂ ਰਾਮ ਸਿੰਘ ਜੀ ਨੇ ਸਿੱਖਾਂ ਨੂੰ ਦੇਸ਼ ਭਗਤੀ ਦਾ ਪਾਠ ਪੜ੍ਹਾਇਆ, ਨਾਮ ਮਿਲਵਰਤਨ ਦੀ ਲਹਿਰ ਚਲਾ ਕੇ ਸਾਡੇ ਖਿਲਾਫ ਹਜ਼ਾਰਾਂ ਨਹੀਂ ਲੱਖਾਂ ਹੀ ਸਿੱਖ ਖੜੇ ਕਰ ਦਿੱਤੇ। ਜਿੱਦਣ ਵੀ ਇਹ ਸਿੱਖ ਚਾਹੁਣ ਸਾਨੂੰ ਦੇਸ਼ 'ਚੋਂ ਬਾਹਰ ਕੱਢ ਸਕਦੇ ਨੇ, ਪਰ ਇਹ ਆਪਣੇ ਸਤਿਗੁਰ ਦਾ ਹੁਕਮ ਮੰਨਦੇ ਨੇ, ਉਹਦਾ ਇੰਤਜ਼ਾਰ ਕਰਦੇ ਨੇ, ਪਰ ਜਿੱਦਣ ਹੁਕਮ ਹੋ ਗਿਆ ਇਹ ਸਾਨੂੰ ਨਹੀਂ ਛੱਡਣਗੇ। ਮੈਂ ਇੱਕ ਦਿਨ ਅੱਗੇ ਵੀ ਅਰਜ਼ ਕੀਤੀ ਸੀ, ਦੋਨੋਂ ਜਿਹੜਾ ਸੀਗਾ ਰੇਲ ਮੰਤਰੀ ਸੀ ਦਰਾਏ ਦਾ, ਉਹਨੇ 1868 ਵਿੱਚ ਇਹ ਚਿੱਠੀ ਲਿਖੀ ਸੀ ਕਿ ਜੇ ਸਤਿਗੁਰੂ ਰਾਮ ਸਿੰਘ ਜੀ ਨੂੰ ਇਸ ਦੇਸ਼ ਵਿੱਚੋਂ ਜਾਂ ਉਹਨਾਂ ਦੇ ਸਿੱਖਾਂ ਨੂੰ ਤੋਪਾਂ ਨਾਲ ਜਾਂ ਕਿਸੇ ਤਰੀਕੇ ਨਾ ਉਡਾ ਦਿੱਤਾ, ਇਹਨਾਂ ਦੇ ਅੰਦਰ ਨਾ ਭੈ ਬਣਾਇਆ ਸਰਕਾਰ ਦਾ, ਇਹ ਕਿਸੇ ਵੀ ਸਮੇਂ ਤੁਹਾਡੇ ਕੋਲੋਂ ਪੰਜਾਬ ਨੂੰ ਖੋਹ ਸਕਦੇ ਨੇ। ਜਿੱਦਣ ਤੁਹਾਡੇ ਕੋਲੋਂ ਪਹਿਲਾਂ ਲੁਧਿਆਣਾ ਖੋਣਗੇ, ਫਿਰ ਪੰਜਾਬ ਖੋਣਗੇ, ਹੌਲੀ ਹੌਲੀ ਸਾਰਾ ਦੇਸ਼ ਆਜ਼ਾਦ ਕਰਵਾ ਲੈਣਗੇ। ਇਸ ਗੱਲ ਤੋਂ ਡਰਦੇ ਜਿਹੜੇ ਸੀ ਅੰਗਰੇਜ਼, ਉਹ ਸਤਿਗੁਰੂ ਰਾਮ ਸਿੰਘ ਜੀ ਤੋਂ ਬਾਅਦ ਜਲਾਵਤਨ ਕਰਨ ਜਾਣ ਤੋਂ ਬਾਅਦ, ਉਸ ਤੋਂ ਬਾਅਦ ਉਹ ਸਤਿਗੁਰੂ ਹਰੀ ਸਿੰਘ ਜੀ ਨੂੰ ਬਾਹਰ ਨਹੀਂ ਸਨ ਜਾਣ ਦਿੰਦੇ। ਇਹ ਸਾਰੇ ਸਰਕਲ ਤੋਂ ਡਰਦੇ ਸਨ ਕਿ ਜਦੋਂ ਇਹ ਦੌਰੇ ਕਰਨਗੇ, ਇਹ ਸਿੱਖਾਂ ਦੇ ਅੰਦਰ ਫਿਰ ਤੋਂ ਦੁਬਾਰਾ ਦੇਸ਼ ਭਗਤੀ ਦੀ ਭਾਵਨਾ ਉਜਾਗਰ ਕਰਨਗੇ, ਦੇਸ਼ ਸਿੱਖ ਜਿਹੜੇ ਨੇ ਉਹ ਸਾਡੇ ਖਿਲਾਫ ਖਲੋਲ ਸਕਦੇ ਨੇ। ਸਤਿਗੁਰੂ ਹਰੀ ਸਿੰਘ ਜੀ ਉੱਥੇ ਲੰਗਰ ਛਕਿਆ ਸਮੁੰਦ ਸਿੰਘ ਦਾ ਦੀਵੇ ਪਿੰਡ ਵਿੱਚ ਹੀ, ਉੱਥੋਂ ਸਿੱਖਾਂ ਨੂੰ ਦਰਸ਼ਨ ਦੇ ਕੇ ਛੁੱਟੀ ਪੂਰੀ ਹੋ ਗਈ। ਵਾਪਸ ਰਾਮਦਾਸਪੁਰੇ ਭਾਵ ਭੈਣੀ ਸਾਹਿਬ ਆਏ। ਜਦੋਂ ਸਤਿਗੁਰੂ ਹਰੀ ਸਿੰਘ ਜੀ ਭੈਣੀ ਸਾਹਿਬ ਆਏ, ਸਿੱਖਾਂ ਨੇ ਅਰਦਾਸਾ ਕੀਤਾ ਸੀ 2 ਅਖੰਡ ਪਾਠ ਦਾ। ਦੌਰਾ ਕਰਕੇ ਵਾਪਸ ਆਏ, ਉਹ ਚੇਤਾ ਭੁੱਲ ਗਿਆ ਕਿ ਅਖੰਡ ਪਾਠ ਵੀ ਕਰਨਾ ਹੈ। ਸਤਿਗੁਰੂ ਹਰੀ ਸਿੰਘ ਜੀ ਦੇ ਉਂਗਲ ਦੇ ਉੱਤੇ ਇੱਕ ਕਾਲਾ ਜਿਹਾ ਦਾਗ ਬਣ ਗਿਆ, ਦਰਦ ਹੋਣ ਲੱਗੀ, 2 ਦਿਨ ਦਰਦ ਹੁੰਦੀ ਰਹੀ। ਸਤਿਗੁਰੂ ਹਰੀ ਸਿੰਘ ਜੀ ਨੇ, ਉਹ ਅੱਜ ਕੱਲ੍ਹ ਆਪਾਂ ਨੇਲ ਕਟ ਰੱਖ ਦਿੰਦੇ ਹਾਂ, ਉਸ ਸਮੇਂ ਨਹੇਰਨਾ ਕਹਿੰਦੇ ਸੀ, ਨਹੇਰਨੇ ਨਾਲ ਉਹਨੂੰ ਕੱਟਿਆ, ਉਹਨੂੰ ਕੋਸ਼ਿਸ਼ ਕੀਤੀ ਠੀਕ ਕਰਨ ਦੀ, ਪਰ ਨਾ ਹੋਈ। ਦਾਨਾ ਸਿੰਘ ਨੇ ਆਣ ਕੇ ਅਰਜ਼ ਕੀਤੀ, ਪਾਤਸ਼ਾਹ ਅਸੀਂ ਤੇ ਆਪ ਜੀ ਵਾਸਤੇ 2 ਅਖੰਡ ਪਾਠ ਸੁੱਖੇ ਸਨ ਕਿ ਆਪ ਜੀ ਦੀ ਸਿਹਤ ਜਿਹੜੀ ਉਹ ਠੀਕ ਹੋ ਜਾਵੇ ਤੇ ਅਸੀਂ ਅਖੰਡ ਪਾਠ 2 ਕਰਾਂਗੇ। ਰਸਤੇ 'ਚ ਸਫ਼ਰ 'ਚ ਸਾਂ ਕਰ ਨਹੀਂ ਸੀ ਸਕਦੇ, ਤੇ ਅਰਜ਼ ਇਹ ਕੀਤੀ ਸੀ ਸਤਿਗੁਰੂ ਰਾਮ ਸਿੰਘ ਦੇ ਚਰਨਾਂ ਵਿੱਚ ਕਿ ਭੈਣੀ ਸਾਹਿਬ ਆਣ ਕੇ ਕਰਾਂਗੇ। ਇਹ ਤਾਂ ਸੱਚ ਪਾਤਸ਼ਾਹ ਜੀ ਅਸੀਂ ਅਖੰਡ ਪਾਠ ਨਹੀਂ ਕੀਤੇ ਤਾਂ ਦਰਦ ਹੋਣ ਲੱਗ ਗਈ ਹੈ। ਸਿੱਖਾਂ ਨੇ ਉਸੇ ਵੇਲੇ ਇਕੱਠੇ 2 ਅਖੰਡ ਪਾਠ ਦਾ ਅਰਦਾਸਾ ਕੀਤਾ, ਉਹ ਦਰਦ ਠੀਕ ਹੋ ਗਈ। ਸਾਧ ਸੰਗਤ ਜੀ, ਸਤਿਗੁਰੂ ਜਗਜੀਤ ਸਿੰਘ ਜੀ ਬਚਨ ਕਰਿਆ ਕਰਦੇ ਸਨ, ਅਖੰਡ ਪਾਠ ਇੱਕ ਐਸਾ ਅਮੋਘ ਬਾਣ ਆ ਕਿ ਜਿਹਨੂੰ ਕੋਈ ਵੀ ਕਿਸੇ ਵੀ ਤਰੀਕੇ ਉਹਦੇ ਚੱਲੇ ਹੋਏ ਵਾਰ ਨੂੰ ਰੋਕ ਨਹੀਂ ਸਕਦਾ। ਪਰ ਉਹਦੀ ਇੱਕ ਮਰਜ਼ਾਦਾ ਆ, ਅਖੰਡ ਪਾਠ ਪੂਰੀ ਮਰਜ਼ਾਦਾ ਵਿੱਚ ਕੀਤਾ ਜਾਵੇ। ਇੱਕ ਬਚਨ ਆਉਂਦਾ, ਸਤਿਗੁਰੂ ਜਗਜੀਤ ਸਿੰਘ ਜੀ ਦਾ ਜੀਵਨ ਨਗਰ ਦੇ ਇਲਾਕੇ ਵਿੱਚ ਸੱਚ ਪਾਤਸ਼ਾਹ ਜੀ ਦਰਸ਼ਨ ਦਿੱਤੇ। ਜਦੋਂ ਉਸ ਇਲਾਕੇ 'ਚ ਦਰਸ਼ਨ ਦਿੱਤੇ ਤਾਂ ਕਾਫੀ ਸਮਾਂ ਹੋ ਗਿਆ ਸੀ, ਬਾਰਿਸ਼ ਨਹੀਂ ਸੀ ਹੋ ਰਹੀ। ਸਿੱਖਾਂ ਨੇ ਅਰਜ਼ ਕੀਤੀ, ਪਾਤਸ਼ਾਹ ਕਿਰਪਾ ਕਰੋ, ਬਾਰਿਸ਼ ਨਹੀਂ ਹੁੰਦੀ, ਬਾਰਿਸ਼ ਹੋ ਜਾਵੇ। ਸੱਚ ਪਾਤਸ਼ਾਹ ਦੇ ਉਪਦੇਸ਼ ਵਿੱਚ ਵੀ ਜ਼ਿਕਰ ਆਉਂਦਾ ਹੈ। ਸੱਚ ਪਾਤਸ਼ਾਹ ਜੀ ਹੁਕਮ ਕੀਤਾ ਕਿ ਮੇਰਾ ਜੀ ਕਰਦਾ ਹੈ ਕਿ ਆਪਾਂ ਅਖੰਡ ਪਾਠ ਕਰੀਏ, ਤੇ ਅਖੰਡ ਪਾਠ ਕਰੀਏ ਤੇ ਬਾਰਿਸ਼ ਹੋ ਪਏਗੀ। ਸਾਰੇ ਜਿਹੜੇ ਸਿੱਖ ਸੀਗੇ ਬੜੇ ਖੁਸ਼ ਹੋਏ। ਠੀਕ ਹੈ ਜੀ, ਸੱਚ ਭੰਗਤ ਤਾਂ ਸਾਰੇ ਪਿੰਡ ਵੱਲੋਂ ਸਾਂਝਾ ਅਖੰਡ ਪਾਠ ਕੀਤਾ ਜਾਵੇ। ਨਾਲ ਸੱਚ ਪਾਤਸ਼ਾਹ ਜੀ ਹੁਕਮ ਕੀਤਾ ਕਿ ਅਖੰਡ ਪਾਠ ਦੇ ਵਿੱਚ ਜਿਹੜੀ ਰਸਤ ਪਾਉਣੀ ਹੈ ਜਾਂ ਜਿਸ ਸਿੱਖ ਨੇ ਹਿੱਸਾ ਪਾਉਣਾ ਹੈ, ਉਹ ਸਿਰਫ ਸੋਧੀ ਦੇ ਘਰ ਦਾ ਹਿੱਸਾ ਪਾਵੇ। ਦੂਸਰਾ ਜਿਹਨੇ ਸੋਧ ਨਹੀਂ ਰੱਖੀ ਉਹਦਾ ਹਿੱਸਾ ਨਹੀਂ ਪਾਉਣਾ ਅਖੰਡ ਪਾਠ ਵਿੱਚ। ਸੱਚ ਪਾਤਸ਼ਾਹ ਜੀ ਇਹ ਬਚਨ ਕਰ ਦਿੱਤਾ। ਹੁਣ ਜਿਹੜਾ ਹੁਕਮ ਹੋ ਗਿਆ ਕਰਨੀ ਤਾਂ ਉਵੇਂ ਹੀ ਸੀ
ਵਿੱਚੋਂ ਕਈ ਸਿੱਖ ਹੁੰਦੇ ਨੇ, ਉਹਨਾਂ ਨੇ ਆਣ ਕੇ ਅਰਜ਼ ਕੀਤੀ, ਪਾਤਸ਼ਾਹ ਇਹ ਕਿਹੜੀ ਗੱਲ ਹੋਈ, ਸਾਡਾ ਵੀ ਜੀਅ ਕਰਦਾ ਸਾਡਾ ਵੀ ਹਿੱਸਾ ਪਵੇ, ਸਾਰੇ ਪਿੰਡ ਦਾ ਹਿੱਸਾ ਪਵੇ। ਪਤਾ ਨਹੀਂ ਕਿਹੜੇ ਸਿੱਖ ਦੀ ਅਰਦਾਸ ਸੁਣੀ ਜਾਣੀ ਹੈ, ਪਤਾ ਨਹੀਂ ਕਿਹੜੇ ਘਰ ਦਾ ਕਿਸ ਤਰ੍ਹਾਂ ਦਾ ਧਨ ਪਦਾਰਥ ਜਾਂ ਕਿਹਦਾ ਪ੍ਰਵਾਨ ਹੋ ਜਾਵੇ ਅਤੇ ਉਹਦੇ ਨਾਲ ਹੀ ਬਾਰਿਸ਼ ਹੋ ਜਾਵੇ, ਤੁਸੀਂ ਸਾਰੇ ਪਿੰਡ ਨੂੰ ਆਗਿਆ ਦਿਓ। ਸਤਿਗੁਰੂ ਜਗਜੀਤ ਸਿੰਘ ਜੀ ਬਚਨ ਕੀਤਾ ਕਿ ਇਹ ਹਕੀਮ ਨੂੰ ਪਤਾ ਹੈ। ਹਕੀਮ ਆਖੇ ਕਿ ਮੈਂ ਦਵਾਈ ਤਿਆਰ ਕਰਨੀ ਹੈ, ਮੈਨੂੰ ਇੰਨੀਆਂ ਜੜੀਆਂ ਬੂਟੀਆਂ ਚਾਹੀਦੀਆਂ ਨੇ, ਤਾਜ਼ੀਆਂ ਚਾਹੀਦੀਆਂ ਨੇ, ਤੁਸੀਂ ਉਹਦੇ ਅੱਗੇ ਲਿਆ ਕੇ ਜੜੀਆਂ ਬੂਟੀਆਂ ਬਈਆਂ ਲਿਆ ਦਿਓ, ਸੁੱਕੀਆਂ ਪੱਤੀਆਂ ਲਿਆ ਕੇ ਦੇ ਦਿਓ, ਕਿਵੇਂ ਦਵਾਈ ਬਣੇਗੀ। ਸੱਚ ਪਾਤਸ਼ਾਹ ਦੇ ਉਪਦੇਸ਼ ਵਿੱਚ ਆਉਂਦਾ ਹੈ ਵੀ ਇੱਕ ਦਵਾਈ ਆਖੀ ਸਿੱਖ ਨੇ, ਅੱਖਾਂ ਦੀ ਦਵਾਈ ਬਣਨੀ ਹੈ, ਦਾਰੂ ਬਣਨਾ ਹੈ, ਪਰ ਉਹਦੇ 'ਚ ਸਮੁੰਦਰ ਦਾ ਪਾਣੀ ਪਾਉਣਾ ਹੈ। ਸਮੁੰਦਰ ਦਾ ਪਾਣੀ ਕਿਹੜਾ ਪਾਉਣਾ, ਜਿਹੜਾ ਕੰਢੇ ਤੋਂ 100 ਮੀਲ ਅੰਦਰ ਜਾ ਕੇ ਪਾਉਣਾ ਹੈ। ਬਾਹਰੋਂ ਕਿਨਾਰੇ ਤੋਂ ਪਾਣੀ ਨਹੀਂ ਭਰ ਕੇ ਲੈ ਆਉਣਾ, ਬਾਹਰ ਮਿੱਟੀ ਹੁੰਦੀ ਹੈ, ਪਰ ਜਿਹੜਾ ਅਸਲੀ ਪਾਣੀ ਹੈ, ਸ਼ੁੱਧ ਪਾਣੀ, ਭਾਵੇਂ ਲੂਣ ਵਾਲਾ ਪਰ ਉਹ ਸ਼ੁੱਧ ਪਾਣੀ ਜਿਹੜਾ ਹੈ, ਸਾਫ਼ ਸੁਥਰਾ ਹੈ, ਉਹ 100 ਮੀਲ ਅੰਦਰੋਂ ਜਾ ਕੇ ਲੈ ਕੇ ਆਉਣਾ ਹੈ। ਸੱਚ ਪਾਤਸ਼ਾਹ ਜੀ ਨੂੰ ਕੀਤਾ। ਇਸੇ ਕਰਕੇ ਜਿਹੜਾ ਇਹ ਅਖੰਡ ਪਾਠ ਆ, ਇਹਦੀ ਇੱਕ ਮਰਜ਼ਾਦਾ ਆ, ਉਹ ਮਰਜ਼ਾਦਾ ਦੇ ਵਿੱਚ ਰਹਿ ਕੇ ਜਦੋਂ ਉਹਨੂੰ ਕਰਾਂਗੇ, ਉਹਦੇ ਅੱਗੇ ਫਿਰ ਕੋਈ ਵੀ ਚੀਜ਼ ਨਹੀਂ ਖੜਦੀ, ਤੁਹਾਡੇ ਸਾਰੇ ਕਾਰਜ ਸਿੱਧ ਹੋਣਗੇ। ਪਿੱਛੇ ਤੁਸੀਂ ਕਾਫੀ ਵਾਰੀ ਸੁਣਿਆ, ਸਤਿਗੁਰੂ ਰਾਮ ਸਿੰਘ ਜੀ ਦੇ ਮਹਿਲ ਮਾਤਾ ਜੱਸਾਂ ਜੀ ਜਦੋਂ ਚੜ੍ਹਾਈ ਕਰਦੇ ਨੇ, ਸੱਚ ਪਾਤਸ਼ਾਹ ਜੀ ਹੁਕਮ ਕਰਦੇ ਨੇ ਆਣ ਕੇ ਕਿ ਤੂੰ ਆਪਣੀਆਂ ਦਵਾਈਆਂ ਦਿੰਦਾ ਰਿਹਾ, ਜੇ ਜੱਸਾਂ ਵਾਸਤੇ ਅਖੰਡ ਪਾਠ ਤੋਰਿਆ ਹੁੰਦਾ ਤਾਂ ਹੱਲੇ ਨਾ ਜਾਂਦੀ, ਉਹ ਹੱਲੇ ਉਹਨੇ ਕੁਝ ਸਮਾਂ ਹੋਰ ਰਹਿਣਾ ਸੀ। ਸਤਿਗੁਰੂ ਹਰੀ ਸਿੰਘ ਜੀ ਉਸ ਵੇਲੇ ਕੋਈ ਵੀ ਸਿੱਖ ਬਿਮਾਰ ਹੁੰਦਾ ਸੀ ਨਾ, ਉਹ ਉਸੇ ਵੇਲੇ ਅਰਜ਼ ਕਰਨਾ ਨਹੀਂ, ਅਖੰਡ ਪਾਠ ਕਰਦੇ ਹਾਂ ਜੀ, ਕਿਰਪਾ ਕਰੋ ਅਖੰਡ ਪਾਠ ਹੋਵੇ। ਸੱਚ ਪਾਤਸ਼ਾਹ ਜੀ ਭੈਣੀ ਸਾਹਿਬ ਆਏ, ਦਾਨਾ ਸਿੰਘ ਸੀ ਜਿਹੜਾ ਇਹ ਲੰਗਰ ਵਿੱਚ ਸੇਵਾ ਦੇਵਾ ਸਿੰਘ ਜਿਹੜਾ ਸੀ ਲੰਗਰ ਵਿੱਚ ਸੇਵਾ ਕਰਦਾ ਸੀ, ਰਾਤ ਸੁੱਤਾ ਪਿਆ, ਸੁੱਤੇ ਪਏ ਨੂੰ ਆਵਾਜ਼ਾਂ ਆਇਆ ਕਿ ਲੰਗਰ ਵਿੱਚ ਅੱਗ ਲੱਗ ਗਈ। ਉਹ ਸਿੱਖ ਨੇ ਧਿਆਨ ਨਾ ਕੀਤਾ, ਕੋਈ ਗੱਲ ਨਹੀਂ, ਫਿਰ ਸੁੱਤਾ ਰਿਹਾ। ਫਿਰ ਦੂਸਰੀ ਵਾਰੀ ਆਵਾਜ਼ਾਂ ਆਇਆ ਕਿ ਲੰਗਰ ਵਿੱਚ ਅੱਗ ਲੱਗ ਗਈ। ਉੱਠ ਕੇ ਫਿਰ ਵੀ ਸੁੱਤਾ ਰਿਹਾ। ਤੀਸਰੀ ਵਾਰੀ ਫਿਰ ਆਵਾਜ਼ਾਂ ਆਇਆ ਕਿ ਲੰਗਰ ਵਿੱਚ ਅੱਗ ਲੱਗ ਗਈ ਹੈ। ਉਹ ਸਿੱਖ ਉੱਠ ਕੇ ਗਿਆ, ਜਾ ਕੇ ਉਹਨੇ ਦਰਵਾਜ਼ਾ ਖੋਲ੍ਹਿਆ ਅਤੇ ਅੰਦਰ ਬਹੁਤ ਰੋਸ਼ਨੀ ਹੈ, ਚਾਨਣ ਆ। ਕਾਹਦਾ ਆ? ਅੱਗ ਲੱਗੀ ਹੋਈ ਸਾਰੇ ਲੰਗਰ ਨੂੰ ਅੰਦਰ। ਸਿੱਖਾਂ ਨੂੰ ਸੱਦਿਆ, ਦਵਾ ਦਵ ਉਹਨਾਂ ਨੇ ਪਾਣੀ ਪਾਇਆ, ਥੋੜ੍ਹੀ ਜਿਹੀ ਛੱਤ ਵੀ ਸੜ ਗਈ, ਹੋਰ ਵੀ ਲੱਕੜ ਸੜ ਗਈ। ਧੰਨ ਸਿੱਖ ਕਹਿੰਦੇ ਨੇ, ਧੰਨ ਸਤਿਗੁਰ ਨੇ ਅੰਤਰਜਾਮੀ, ਜਿਨ੍ਹਾਂ ਨੇ ਸਾਨੂੰ ਸੁੱਤਿਆਂ ਨੂੰ ਉਠਾ ਕੇ ਉਹ ਅਗਨੀ ਜਿਹੜੀ ਸੀ ਉਹ ਲੱਗੀ ਹੋਈ ਸਾਡੇ ਕੋਲੋਂ ਬੁਝਵਾ ਲਈ। ਉਹਦੇ ਕੋਲ 20 ਮਣ ਪੀਸਿਆ ਹੋਇਆ ਆਟਾ ਪਿਆ ਸੀ। ਸਾਧ ਸੰਗਤ ਜੀ, ਅੱਜ ਕੱਲ੍ਹ ਤਾਂ ਚੱਕੀਆਂ ਲੱਗ ਗਈਆਂ ਨੇ, ਮੋਟਰਾਂ ਨਾਲ ਪੀਸਿਆ ਜਾਂਦਾ, ਪਤਾ ਹੀ ਨਹੀਂ ਲੱਗਦਾ। 20 ਮਣ ਆਟਾ, ਕਣਕ ਜਦੋਂ ਚੱਕੀ ਚਲਾ ਕੇ ਪੀਣੀ ਪਏਗੀ ਫਿਰ ਪਤਾ ਲੱਗੇਗਾ 20 ਮਣ ਕਿੰਨਾ ਹੋ ਜਾਂਦਾ ਹੈ। ਐਡਾ ਵੱਡਾ ਇੱਕ ਟੋਕਰਾ ਭਰਿਆ ਸੀਗਾ, ਕੁਦਰਤੀ ਉਹਨੂੰ ਅੱਗ ਨਹੀਂ ਸੀ ਲੱਗੀ, ਉਹਦੇ ਕੋਲ ਹੀ ਪਹੁੰਚੀ ਸੀ, ਸਿੱਖਾਂ ਨੇ ਉਹ ਅੱਗ ਦੇ ਉੱਤੇ ਕਾਬੂ ਪਾ ਲਿਆ। ਇਸ ਤਰ੍ਹਾਂ ਸੱਚ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਸਿੱਖਾਂ ਦੇ ਉੱਤੇ ਉਹਨਾਂ ਨੂੰ ਔਖੇ ਸਮੇਂ, ਹੁਣ ਸਿੱਖ ਸੁੱਤੇ ਨੇ, ਸਿੱਖ ਸੱਚ ਪਾਤਸ਼ਾਹ ਜੀ ਉਹਨਾਂ ਨੂੰ ਸੁੱਤਿਆਂ ਨੂੰ ਉਠਾ ਕੇ ਵੀ ਉਹਨਾਂ 'ਤੇ ਬਖਸ਼ਿਸ਼ ਕਰਦੇ ਕਿ ਕੋਈ ਇੱਦਾਂ ਦਾ ਨੁਕਸਾਨ ਨਾ ਹੋਵੇ। ਇੱਕ ਖੁਸ਼ਹਾਲ ਸਿੰਘ ਸੀ, ਖੁਸ਼ਹਾਲ ਸਿੰਘ ਦੇ ਬਾਂਹ ਵਿੱਚ ਦਰਦ ਹੋਣ ਲੱਗ ਗਈ। ਬਾਂਹ ਵਿੱਚ ਦਰਦ ਹੋਣ ਲੱਗ ਗਈ। ਖੁਸ਼ਹਾਲ ਸਿੰਘ ਨੇ ਸੋਚਿਆ ਕਿ ਮੇਰੀ ਇਹ ਜਿਹੜੀ ਬਾਂਹ ਵਿੱਚ ਦਰਦ ਆ ਉਹ ਠੀਕ ਹੋ ਜਾਵੇ, ਮੈਂ 5 ਅਖੰਡ ਪਾਠ ਕਰਾਵਾਂਗਾ। 5 ਅਖੰਡ ਪਾਠ ਦਾ ਸੰਕਲਪ ਲੈ ਕੇ ਮਨ ਦੇ ਵਿੱਚ ਭੈਣੀ ਸਾਹਿਬ ਆਇਆ। ਸਤਿਗੁਰੂ ਹਰੀ ਸਿੰਘ ਦੇ ਚਰਨਾਂ ਵਿੱਚ ਆਣ ਕੇ ਅਰਜ਼ ਕੀਤੀ, ਕਿਰਪਾ ਕਰੋ ਕਿ ਮੈਂ 5 ਅਖੰਡ ਪਾਠ ਕਰਾਵਾਂਗਾ ਅਤੇ ਮੇਰੀ ਇਹ ਜਿਹੜੀ ਦਰਦ ਆ ਨਾ ਉਹ ਠੀਕ ਹੋ ਜਾਵੇ। ਖੁਸ਼ਹਾਲ ਸਿੰਘ ਆਇਆ, 5 ਅਖੰਡ ਪਾਠ ਕਰਾ ਲਏ, ਪਰ ਦਰਦ ਨਾ ਠੀਕ ਹੋਈ। ਦਰਦ ਨਾ ਠੀਕ ਹੋਈ। ਭਾਈ ਸੰਤੋਖ ਸਿੰਘ ਜੀ ਜਿਹੜੇ ਇਹ ਗ੍ਰੰਥ ਲਿਖਦੇ ਨੇ, ਸਤਿਗੁਰੂ ਬਿਲਾਸ, ਉਹ ਕਹਿੰਦੇ ਮੇਰੇ ਮਨ ਵਿੱਚ ਆਇਆ ਕਿ ਅਖੰਡ ਪਾਠ ਵਾਸਤੇ ਤਾਂ ਇਸ ਤਰ੍ਹਾਂ ਆਉਂਦੇ ਨੇ ਬਚਨ ਕਿ ਇਹ ਅਮੋਕ ਬਾਣ ਆ, ਇਹਦੇ ਅੱਗੇ ਕੋਈ ਖੜ ਨਹੀਂ ਸਕਦਾ। ਜਦੋਂ ਅਖੰਡ ਪਾਠ ਤੋਰੀਦਾ ਹੈ ਅਤੇ ਸਿੱਖ ਦੀ ਦਰਦ ਬਾਂਹ ਦੀ ਕੀ, ਉੱਥੇ ਤਾਂ ਇੱਕ ਅਖੰਡ ਪਾਠ ਨਾਲ ਹੀ ਬੜੀਆਂ ਦਰਦਾਂ ਠੀਕ ਹੋ ਜਾਂਦੀਆਂ ਨੇ, ਪਰ ਸਿੱਖ ਨੇ ਤਾਂ 5 ਕਰਵਾਏ ਨੇ ਅਤੇ ਫਿਰ ਵੀ ਦਰਦ ਨਹੀਂ ਠੀਕ ਹੋਈ ਬਾਂਹ ਦੇ ਵਿੱਚ। ਇਹ ਕੀ ਕਾਰਨ ਆ? ਮਨ ਦੇ ਵਿੱਚ ਇਸ ਤਰ੍ਹਾਂ ਦਾ ਸੰਕਲਪ ਲੈ ਕੇ ਵਿਚਾਰ ਕਰਕੇ ਸ਼ੰਕਾ ਆ ਗਈ ਅਖੰਡ ਪਾਠ 'ਤੇ। ਅਤੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਮੈਂ ਰਾਤ ਸੁੱਤਾ ਸੀ। ਜਦੋਂ ਮੈਂ ਰਾਤ ਸੌਂ ਗਿਆ, ਮੈਨੂੰ ਸੁਪਨੇ ਵਿੱਚ ਸੱਚ ਪਾਤਸ਼ਾਹ ਜੀ ਦਰਸ਼ਨ ਦਿੱਤਾ। ਦਰਸ਼ਨ ਦੇ ਕੇ ਉਹਨਾਂ ਨੇ, ਸੱਚ ਪਾਤਸ਼ਾਹ ਜੀ ਲਿਖਿਆ ਇੱਥੇ, ਇਹ ਨਹੀਂ ਉਹਨਾਂ ਨੇ ਮੈਂਸ਼ਨ ਕੀਤਾ ਕਿ ਉਹਨਾਂ ਨੂੰ ਸਤਿਗੁਰੂ ਰਾਮ ਸਿੰਘ ਜੀ ਦੇ ਦਰਸ਼ਨ ਹੋਏ ਜਾਂ ਸਤਿਗੁਰੂ ਹਰੀ ਸਿੰਘ ਜੀ ਦੇ ਦਰਸ਼ਨ ਹੋਏ। ਉਹ ਲਿਖਦੇ ਨੇ ਕਿ ਸਤਿਗੁਰੂ ਜੀ ਦਰਸ਼ਨ ਦਿੱਤਾ ਸੁਪਨੇ ਵਿੱਚ,
ਹੋ ਸਕਦਾ ਸਤਿਗੁਰੂ ਹਰੀ ਸਿੰਘ ਜੀ ਹੋਣ, ਕਿਉਂਕਿ ਉਹਨਾਂ ਨੇ ਸਤਿਗੁਰੂ ਰਾਮ ਸਿੰਘ ਦੇ ਦਰਸ਼ਨ ਨਹੀਂ ਸਨ ਕੀਤੇ। ਉਹ ਸਤਿਗੁਰੂ ਹਰੀ ਸਿੰਘ ਦੇ ਸਮੇਂ ਵਿੱਚ ਸਤਿਗੁਰੂ ਹਰੀ ਸਿੰਘ ਦੇ ਚਰਨਾਂ ਵਿੱਚ ਭੈਣੀ ਸਾਹਿਬ ਆਏ ਸਨ। ਕਹਿੰਦੇ ਨੇ ਕਿ ਮੈਨੂੰ ਸਤਿਗੁਰੂ ਜੀ ਦਰਸ਼ਨ ਦਿੱਤੇ, ਦਰਸ਼ਨ ਦੇ ਕੇ ਹੁਕਮ ਕੀਤਾ ਕਿ ਤੇਰੇ ਮਨ ਵਿੱਚ ਫੁਰਨਾ ਸੀ, ਸ਼ੰਕਾ ਸੀ ਵੀ ਸਿੱਖ ਨੇ 5 ਅਖੰਡ ਪਾਠ ਕਰਾਏ ਨੇ ਤੇ ਇਹਦੀ ਬਾਂਹ ਦਾ ਦਰਦ ਨਹੀਂ ਹਟਿਆ। ਸੱਚੇ ਪਾਤਸ਼ਾਹ ਜੀ ਹੁਕਮ ਕਰਦੇ ਨੇ ਇਹਨੇ 6000 ਰੁਪਈਆ ਗੁਰਦੁਆਰੇ ਦਾ ਦੇਣਾ ਹੈ। ਉਹ ਤੇ ਇਹਨੇ ਦਿੱਤਾ ਨਹੀਂ ਹਲੇ ਤੱਕ। ਇਹਨੇ 6000 ਵਿੱਚੋਂ ਅਖੰਡ ਪਾਠ ਕਰਾਇਆ। ਇਹਨੇ ਆਪਣੀ ਮਿਹਨਤ ਕਰਕੇ ਅਖੰਡ ਪਾਠ ਨਹੀਂ ਕਰਾਇਆ, ਆਪਣੇ ਦਸਾਂ ਨੌਆਂ ਦੀ ਕਿਰਤ ਕਰਕੇ ਉਹਦੇ ਵਿੱਚੋਂ ਅਖੰਡ ਪਾਠ ਜੇ ਕਰਾਉਂਦਾ ਨਾ ਤੇ ਇਹਦੀ ਬਾਂਹ ਦਾ ਦਰਦ ਠੀਕ ਹੋ ਜਾਣਾ ਸੀ। ਜਿਹੜਾ ਉਹਨਾਂ ਦੇ ਮਨ ਵਿੱਚ ਫੁਰਨਾ ਸੀ, ਸੰਕਲਪ ਸੀ, ਜਾਂ ਉਹਨਾਂ ਦੇ ਮਨ 'ਚ ਇਹ ਆਇਆ ਕਿ ਇਹ ਅਖੰਡ ਪਾਠ ਕਰਾ ਕੇ ਕਿਉਂ ਨਹੀਂ ਬਾਂਹ ਠੀਕ ਹੋਈ, ਉਹ ਦੂਰ ਹੋ ਗਿਆ। ਸੱਚ ਪਾਤਸ਼ਾਹ ਜੀ ਹੁਕਮ ਕੀਤਾ ਜਿਸਕਾ ਚੂਨਾ ਉਸੀ ਕਾ ਪੂਨਾ, ਭਾਵ ਜਿਹਦਾ ਇਹ ਪਦਾਰਥ ਲੱਗੇਗਾ ਪੁੰਨ ਉਹਨੂੰ ਹੀ ਲੱਗੇਗਾ। ਇਹਦਾ ਤੇ ਪਦਾਰਥ ਹੀ ਨਹੀਂ ਸੀ ਹੈਗਾ, ਇਹਨੇ ਤੇ ਬਾਹਰੋਂ ਫੜ ਕੇ ਕਰਵਾ ਲਿਆ। ਇਹਨੇ ਆਪਣੀ ਦਸਾਂ ਨੌਆਂ ਦੀ ਕਿਰਤ ਵਿੱਚੋਂ ਨਹੀਂ ਸੀ ਕਰਵਾਇਆ ਅਖੰਡ ਪਾਠ। ਫਿਰ ਜਦੋਂ ਉਹਨੇ ਪੈਸੇ ਵਾਪਸ ਮੋੜ ਦਿੱਤੇ ਸਤਿਗੁਰੂ ਹਰੀ ਸਿੰਘ ਜੀ ਨੂੰ, ਉਹਦੀ ਬਾਂਹ ਦੀ ਦਰਦ ਫਿਰ ਬਣਾ ਹਟੀ। ਕਿਉਂਕਿ ਇਹ ਫਿਰ ਭਾਈ ਸੰਤੋਖ ਸਿੰਘ ਨੇ ਜਾ ਕੇ ਦੱਸਿਆ ਖਜਾਨ ਸਿੰਘ ਨੂੰ ਕਿ ਖੁਸ਼ਹਾਲ ਸਿੰਘ ਨੂੰ ਕਿ ਮੈਨੂੰ ਰਾਤ ਆਹ ਸੁਪਨਾ ਆਇਆ ਹੈ, ਅਤੇ ਉਹਨੇ ਆਣ ਕੇ ਪੈਸੇ ਮੱਥਾ ਟੇਕ ਦਿੱਤੇ, ਪਰ ਬਾਂਹ ਦਾ ਦਰਦ ਫਿਰ ਵੀ ਠੀਕ ਨਾ ਹੋਇਆ। ਉਹਨੇ ਸਤਿਗੁਰੂ ਜੀ ਨੂੰ ਅਰਜ਼ ਕੀਤੀ, ਪਾਤਸ਼ਾਹ ਦਰਦ ਤਾਂ ਮੇਰਾ ਹੱਲੇ ਵੀ ਨਹੀਂ ਹਟਿਆ, 5 ਪਾਠ ਵੀ ਕਰਾ ਲਏ, ਅਖੰਡ ਪਾਠ ਵੀ ਕਰਾ ਲਏ ਅਤੇ ਮੈਂ ਪੈਸੇ ਵੀ ਮੋੜ ਦਿੱਤੇ। ਸੱਚ ਪਾਤਸ਼ਾਹ ਜੀ ਹੁਕਮ ਕੀਤਾ, ਸੱਚੀ ਗੱਲ ਦੱਸ, ਕੁਝ ਹੋਰ ਰਹਿੰਦਾ ਹੋਏਗਾ। ਉਹ ਕਹਿਣ ਲੱਗਾ, ਪਾਤਸ਼ਾਹ ਮੈਂ 5 ਐਬੀ ਹੋ ਗਿਆ, ਮੈਂ ਮਾਸ ਵੀ ਖਾਣ ਲੱਗ ਗਿਆ, ਮੈਂ ਸ਼ਰਾਬ ਵੀ ਪੀ ਲਈ, ਮੈਂ ਵੇਸਵਾ ਦੇ ਵੀ ਜਾਣ ਲੱਗ ਗਿਆ, ਮੈਂ 5 ਐਬੀ ਹੋ ਗਿਆ, ਮੇਰੇ 'ਤੇ ਬਖਸ਼ਿਸ਼ ਕਰੋ। ਸੱਚ ਪਾਤਸ਼ਾਹ ਜੀ ਹੁਕਮ ਕੀਤਾ, 1 ਅਖੰਡ ਪਾਠ ਹੋਰ ਕਰਾ, ਤੈਨੂੰ ਤਨਖਾਹ ਲਾਈ, 1 ਅਖੰਡ ਪਾਠ ਹੋਰ ਕਰਾਏਗਾ ਅਤੇ ਫਿਰ ਠੀਕ ਹੋਏਗਾ। ਫਿਰ ਉਹਨੇ ਅਖੰਡ ਪਾਠ ਹੋਰ ਕਰਾਇਆ। ਜਦੋਂ ਉਹ ਅਖੰਡ ਪਾਠ ਕਰਾਇਆ ਉਸ ਤੋਂ ਬਾਅਦ ਉਹਦੀ ਬਾਂਹ ਦਾ ਦਰਦ ਹਟਿਆ। ਤਨਖਾਹ ਲਾ ਕੇ ਉਹਨੂੰ ਸੰਗਤ ਵਿੱਚ ਰਲਾਇਆ। ਸੱਚ ਪਾਤਸ਼ਾਹ ਜੀ ਕਿਰਪਾ ਕਰਨ। ਅਸੀਂ ਤਾਂ ਇਸੇ ਤਰ੍ਹਾਂ ਬਾਰ-ਬਾਰ ਗਲਤੀਆਂ ਕਰਦੇ ਹਾਂ, ਅਨੇਕਾਂ ਹੀ ਗਲਤੀਆਂ ਕਰਦੇ ਹਾਂ। ਕਿਰਪਾ ਕਰਨ ਸਾਡੀ ਦਸਾਂ ਨੌਵਾਂ ਦੀ ਕਿਰਤ ਜਿਹੜੀ ਹੈ ਉਹ ਸਾਫ਼ ਸੁਥਰੀ ਹੋ ਜਾਵੇ। ਕਹਿੰਦੇ ਨੇ ਵਿਹਾਰ, ਆਹਾਰ ਅਤੇ ਵਿਚਾਰ, 3 ਚੀਜ਼ਾਂ ਨੇ। ਸਭ ਤੋਂ ਪਹਿਲਾਂ ਹੈ ਵਿਹਾਰ। ਜਦੋਂ ਸਾਡਾ ਵਿਹਾਰ ਸ਼ੁੱਧ ਹੋ ਜਾਏਗਾ, ਅਸੀਂ ਦਸਾਂ ਨੌਵਾਂ ਦੀ ਕਿਰਤ ਕਰਕੇ ਘਰ ਵਿੱਚ ਪੈਸਾ ਲੈ ਕੇ ਆਵਾਂਗੇ। ਆਂਦੇ ਨੇ ਜੈਸਾ ਦੁੱਧ ਤੈਸੀ ਬੁੱਧ, ਦੁੱਧ ਪੀਣ ਦੇ ਨਾਲ ਤੁਹਾਡੀ ਬੁੱਧੀ ਬਣਦੀ ਹੈ। ਜੈਸਾ ਅੰਨ ਤੈਸਾ ਮਨ, ਕਿਉਂਕਿ ਜਦੋਂ ਤੁਸੀਂ ਅੰਨ ਖਾਂਦੇ ਹਾਂ, ਅੰਨ ਖਾ ਕੇ ਗਲੂਕੋਜ਼ ਬਣਦਾ। ਜਿਹੜਾ ਗਲੂਕੋਜ਼ ਸਾਡਾ ਆ ਉਹ ਸਾਡੀਆਂ ਖੂਨ ਵਿੱਚ ਜਾਂਦਾ ਹੈ, ਭਾਵ ਅੰਨ ਤੋਂ ਖੂਨ ਬਣਦਾ ਹੈ। ਅਤੇ ਇਹ ਖੂਨ ਦੇ ਨਾਲ ਹੀ ਸਾਡਾ ਮਨ ਅਤੇ ਸਾਡੀ ਸਾਰੀ ਬਾਡੀ ਚੱਲਦੀ ਹੈ। ਇਸ ਕਰਕੇ ਜਦੋਂ ਅਸੀਂ ਆਪਣਾ ਵਿਹਾਰ ਜਿਹੜਾ ਆ ਉਹਦੇ ਵਿੱਚ ਸੱਚ ਪਾਤਸ਼ਾਹ ਜੀ ਕਿਰਪਾ ਕਰਨ, ਅਸੀਂ ਸਤਿਗੁਰੂ ਪ੍ਰਤਾਪ ਸਿੰਘ ਦੇ ਉਪਦੇਸ਼ ਵਿੱਚ ਆਉਂਦਾ ਹੈ ਕਿ ਅਸੀਂ ਜਦੋਂ ਕਿਸੇ ਨਾਲ ਗੱਲ ਕਰਦੇ ਹਾਂ ਨਾ, ਉਹਦੇ ਵਿੱਚ ਇੱਕ ਘੁੰਡੀ ਐਸੀ ਰੱਖ ਲੈਂਦੇ ਹਾਂ ਅਤੇ ਬਾਅਦ 'ਚੋਂ ਗੱਲ ਕਰਕੇ ਆਪ ਹੀ ਮੁੱਕਰ ਜਾਂਦੇ, ਨਹੀਂ ਮੈਂ ਇੱਦਾਂ ਨਹੀਂ, ਇੱਦਾਂ ਆਖਿਆ ਸੀ, ਇਹਦਾ ਮਤਲਬ ਆਹ ਨਹੀਂ, ਇਹਦਾ ਮਤਲਬ ਆਹ ਆ। ਹਰੇਕ ਗੱਲ ਦੇ 2 ਅਰਥ ਕੱਢੇ ਜਾ ਸਕਦੇ ਨੇ। ਸੱਚ ਪਾਤਸ਼ਾਹ ਜੀ ਹੁਕਮ ਕਰਦੇ ਨੇ ਇਹ ਕੋਈ ਵਿਹਾਰ ਵਾਲੀ ਗੱਲ ਨਹੀਂ। ਮੈਨੂੰ ਯਾਦ ਆ ਕਿ ਮੇਰੇ ਨਾਨਾ ਜੀ ਨੇ ਨਾ ਕਿਸੇ ਦੇ ਪੈਸੇ ਦੇਣੇ ਸਨ, ਉਹ ਤੋਂ ਪੈਸੇ ਲਏ। ਜਦੋਂ ਉਹਦੇ ਕੋਲੋਂ ਪੈਸੇ ਲੈ ਲਵੇ ਅਤੇ ਜਦੋਂ ਵਾਪਸ ਕਰਨ ਦਾ ਟਾਈਮ ਆਇਆ ਅਤੇ ਮੇਰੀ ਨਾਨੀ ਦਾ ਅਤੇ ਉਹ ਜਿਹੜੇ ਸਿੱਖ ਤੋਂ ਪੈਸੇ ਲਏ ਸੀ ਉਹਦੀ ਸਿੰਘਣੀ ਦਾ ਆਪਸੀ ਕੋਈ ਵਿਹਾਰ ਚੱਲਦਾ ਸੀ। ਉਹਦੇ ਵਿੱਚ ਉਹਨਾਂ ਦੀ ਗੱਲਬਾਤ ਹੋ ਗਈ ਅਤੇ ਮੇਰੀ ਨਾਨੀ ਨੇ ਮੇਰੇ ਨਾਨਾ ਜੀ ਨੂੰ ਆਖਿਆ ਕਿ ਆਪਾਂ ਉਹ ਪੈਸੇ ਕਟਾ ਦਈਏ ਵੀ ਤੁਸੀਂ ਸਾਡੇ ਨਾਲ ਐਵੇਂ ਕੀਤਾ ਅਤੇ ਅਸੀਂ ਤੁਹਾਨੂੰ ਪੈਸੇ ਨਹੀਂ ਦੇਣੇ। ਮੇਰੇ ਨਾਨਾ ਜੀ ਨੇ ਜਾ ਕੇ ਉਹ ਸਿੱਖ ਨੂੰ ਆਖਿਆ ਕਿ ਵੀ ਆਹ ਗੱਲ ਆ, ਮੈਨੂੰ ਲੱਗਦਾ ਸ਼ਾਇਦ ਲੀਡਰ ਸੀ ਨਾਮ ਉਹਨਾਂ ਦਾ, ਯੂਪੀ ਦੇ ਸਨ ਉਹ, ਅਤੇ ਵੀ ਆਹ ਗੱਲ ਆ ਅਤੇ ਇਸ ਕਰਕੇ ਮੈਂ ਪੈਸੇ ਨਹੀਂ ਦੇਣੇ। ਉਹ ਕਹਿੰਦਾ ਸੋਧੀਆ, ਮੇਰੇ ਨਾਨਾ ਜੀ ਨੂੰ ਸੋਧੀ ਆਖਦੇ ਸਨ, ਸਾਰੀ ਉਮਰ ਸੋਧ ਰੱਖੀ। ਉਹ ਕਹਿੰਦਾ ਸੋਧੀਆ ਮੈਨੂੰ ਇੱਕ ਗੱਲ ਦੱਸ, ਜਦੋਂ ਤੂੰ ਮੇਰੇ ਤੋਂ ਪੈਸੇ ਲਏ ਸੀ, ਤੂੰ ਇਹ ਸੋਚ ਕੇ ਲਏ ਸੀ ਕਿ ਜਦੋਂ ਮੈਂ ਬਾਅਦ 'ਚੋਂ ਇਸ ਗੱਲ 'ਚ ਤੇਰੇ ਪੈਸੇ ਕਟਾਵਾਂਗਾ, ਕਿ ਤੂੰ ਇਹ ਕਰਕੇ ਲਏ ਸੀ ਵੀ ਜਿਵੇਂ ਲਵਾਂਗਾ ਉਵੇਂ ਹੀ ਦੇਵਾਂਗਾ। ਉਹ ਆਂਦੇ ਮੈਂ ਤਾਂ ਇਹੀ ਸੋਚਿਆ ਸੀ ਵੀ ਜਿਵੇਂ ਲਵਾਂਗਾ ਉਵੇਂ ਹੀ ਦੇਵਾਂਗਾ। ਅਤੇ ਕਹਿੰਦਾ ਫਿਰ ਹੁਣ ਮੁੱਕਰਦਾ ਕਿਉਂ ਆ? ਮੇਰੇ ਨਾਨਾ ਜੀ ਨੇ ਉਸੇ ਵੇਲੇ ਪੈਸੇ ਕੱਢ ਕੇ ਉਹਦੇ ਅੱਗੇ ਰੱਖ ਦਿੱਤੇ।
ਭਾਵ ਅਸੀਂ ਕਈ ਵਾਰ ਗੱਲ ਦੇ ਵਿੱਚ ਕੋਸ਼ਿਸ਼ ਕਰਦੇ ਹਾਂ ਵੀ ਕਿਸੇ ਤਰੀਕੇ ਕੱਟ ਕਟਾ ਕਰਕੇ ਸਾਨੂੰ ਪੈਸੇ ਦੇਣੇ ਨਾ ਪੈਣ। ਉਹ ਸਿੱਖੀ ਨਹੀਂ ਗਈ। ਜਿਸ ਭਾਵਨਾ ਨਾਲ ਪੈਸੇ ਲਏ ਸੀ, ਜਿਹੜੀ ਗੱਲ ਸੋਚ ਕੇ ਲਏ ਸੀ, ਉਸੇ ਗੱਲ ਨਾਲ ਹੀ ਸੋਚ ਕੇ ਪੈਸੇ ਵਾਪਸ ਦਿੱਤੇ ਜਾਣ ਅਤੇ ਪੂਰੇ ਦਿੱਤੇ ਜਾਣ। ਸੱਚ ਪਾਤਸ਼ਾਹ ਜੀ ਕਿਰਪਾ ਕਰਨ, ਜਦੋਂ ਸਾਡਾ ਵਿਹਾਰ ਜਿਹੜਾ ਹੈ ਉਹ ਸ਼ੁੱਧ ਹੋ ਜਾਏਗਾ, ਦਸਾਂ ਨੌਆਂ ਦੀ ਕਿਰਤ ਘਰ ਵਿੱਚ ਆਏਗੀ, ਉਸ ਘਰ ਦੇ ਨਾਲ ਅਸੀਂ ਰਾਸ਼ਨ ਲਿਆਵਾਂਗੇ, ਲੰਗਰ ਪਕਾਵਾਂਗੇ, ਲੰਗਰ ਛਕਾਂਗੇ, ਸਾਡੇ ਵਿਚਾਰ ਜਿਹੜੇ ਨੇ ਉਹ ਆਪਣੇ ਆਪ ਸ਼ੁੱਧ ਹੋ ਜਾਣਗੇ। ਕਿਉਂਕਿ ਜਦੋਂ ਅਸੀਂ ਚੰਗਾ ਅੰਨ ਦਸਾਂ ਨੌਆਂ ਦੀ ਕਿਰਤ ਵਾਲਾ ਖਾਵਾਂਗੇ, ਸਾਡੇ ਮਨ ਉਸੇ ਵੇਲੇ ਚੰਗੇ ਹੋਣ ਲੱਗ ਜਾਣਗੇ। ਜਦੋਂ ਅਸੀਂ ਵਿਹਾਰ ਸ਼ੁੱਧ ਕਰ ਲਿਆ, ਸਾਡਾ ਆਹਾਰ ਸ਼ੁੱਧ ਹੋ ਗਿਆ। ਜਦੋਂ ਆਹਾਰ ਸਾਡਾ ਸ਼ੁੱਧ ਹੋ ਗਿਆ, ਸਾਡਾ ਵਿਚਾਰ ਜਿਹੜੇ ਨੇ ਉਹ ਆਪਣੇ ਆਪ ਸ਼ੁੱਧ ਹੋ ਜਾਣਗੇ। ਇਸ ਕਰਕੇ ਸੱਚ ਪਾਤਸ਼ਾਹ ਜੀ ਕਿਰਪਾ ਰੱਖਣ ਕਿ ਸਾਡਾ ਵਿਹਾਰ ਜਿਹੜਾ, ਇਹ ਸਾਖੀਆਂ ਨੇ, ਕਥਾਵਾਂ ਨੇ, ਹਰ ਜਸ ਸੁਣਦੇ ਹਾਂ, ਤੁਸੀਂ ਬਹੁਤ ਸੁਣਦੇ ਹੋ। ਜਿੰਨਾ ਕੁਝ ਵੀ ਸੁਣਦੇ ਹਾਂ ਉਹਦਾ ਇੱਕੋ ਹੀ ਅਰਥ ਆ ਕਿ ਅਸੀਂ ਆਪਣਾ ਜੀਵਨ ਜਿਹੜਾ ਆ ਉਹ ਸਤਿਗੁਰੂ ਨੂੰ ਸਮਰਪਿਤ ਕਰ ਦਈਏ, ਉਸ ਢੰਗ ਦਾ ਸਮਰਪਿਤ ਕਰੀਏ ਜਿਸ ਢੰਗ ਨਾਲ ਸੱਚ ਪਾਤਸ਼ਾਹ ਜੀ ਹੁਕਮ ਕਰਦੇ ਨੇ ਜੀਵਨ ਜਿਉਣ ਲਈ ਸਾਨੂੰ। ਸੱਚ ਪਾਤਸ਼ਾਹ ਜੀ ਕਿਰਪਾ ਰੱਖਣ, ਅਸੀਂ ਇਸ ਭਿਆਨਕ ਸਮੇਂ ਵਿੱਚ ਚੱਲਦੇ ਹੋਏ ਆਪਣੇ ਵਿਹਾਰ ਨੂੰ ਸ਼ੁੱਧ ਰੱਖ ਕੇ, ਆਪਣੇ ਦਸਾਂ ਨੌਆਂ ਦੀ ਕਿਰਤ ਕਰਕੇ ਆਪਣੇ ਸਤਿਗੁਰ ਦੇ ਅੱਗੇ ਸਮਰਪਿਤ ਹੋ ਸਕੀਏ। ਕੁਰਕੀ ਤੋਂ ਇੱਕ ਭਗਵਾਨ ਸਿੰਘ ਸੀਗਾ। ਭਗਵਾਨ ਸਿੰਘ ਲੜਕੇ ਦਾ ਨਾਂ ਸੀ, ਕਿਉਂਕਿ ਪਲੇਗ ਦੀ ਬਿਮਾਰੀ ਸੀ ਜਿਹਨੂੰ ਹੋ ਜਾਂਦੀ ਸੀ। ਉਹ ਪਹਿਲਾਂ ਉਹਨੂੰ ਦਸਤ ਲੱਗਦੇ ਨੇ, ਭਾਵ ਲੈਟਰਿੰਗ ਲੱਗ ਜਾਂਦੀਆਂ, ਟੱਟੀਆਂ ਲੱਗ ਜਾਂਦੀਆਂ ਨੇ। ਉਹ ਜਦੋਂ ਟੱਟੀਆਂ ਲੱਗਦੀਆਂ ਸਨ, ਉਹ ਇੰਨਾ ਬਿਮਾਰ ਹੋ ਜਾਂਦਾ ਸੀ ਕਿ ਉਹ ਬੇਹੋਸ਼ ਹੋ ਜਾਂਦੇ ਸਨ। ਕਿੰਨੀ ਕਿੰਨੀ ਦੇਰ ਹੋਸ਼ ਨਹੀਂ ਸੀ ਆਉਂਦੀ। ਅਤੇ ਉਹ ਇਸ ਤਰ੍ਹਾਂ ਦੀ ਪਲੇਗ ਦੀ ਬਹੁਤ ਖਤਰਨਾਕ ਬਿਮਾਰੀ ਚੱਲ ਰਹੀ ਸੀ। ਭਗਵਾਨ ਸਿੰਘ ਲੜਕੇ ਦਾ ਨਾਂ ਆ, ਕੁਰਕੀ ਪਿੰਡ ਦਾ। ਉਹਦੇ ਮਾਤਾ ਪਿਤਾ ਲੈ ਕੇ ਆਏ ਸੱਚ ਪਾਤਸ਼ਾਹ ਜੀ ਦੇ ਕੋਲ ਵੀ ਕਿਰਪਾ ਕਰੋ, ਅਸੀਂ ਬੜਾ ਯਤਨ ਕੀਤਾ, ਦਵਾਈਆਂ ਕੀਤੀਆਂ ਨੇ, ਸਾਡਾ ਸਿੱਖ ਜਿਹੜਾ ਲੜਕਾ ਹੈ ਬਚ ਨਹੀਂ ਰਿਹਾ। ਸੱਚ ਪਾਤਸ਼ਾਹ ਜੀ ਆਪਣੇ ਕੋਲ ਸੱਦਿਆ, ਗੁਰਦਿੱਤ ਸਿੰਘ ਨੂੰ ਸੱਦਿਆ। ਗੁਰਦਿੱਤ ਸਿੰਘ ਲਾਂਗਰੀ ਸੀ। ਸੱਚ ਪਾਤਸ਼ਾਹ ਜੀ ਦਾ ਹੁਕਮ ਕੀਤਾ ਵੀ ਜਾ ਗੁਰਦਿੱਤ ਸਿੰਘ, ਤੂੰ ਜਲ ਲੈ ਕੇ ਆ, ਸਿਰਫ ਜਲ ਲੈ ਕੇ ਆ। ਸਾਧ ਸੰਗਤ ਜੀ, ਜਿੱਥੇ ਦਵਾਈਆਂ ਅਸਰ ਨਹੀਂ ਕਰਦੀਆਂ, ਜਿੱਥੇ ਹੋਰ ਕੋਈ ਵੈਦ ਦੀ ਹੋਰ ਕੋਈ ਦਵਾਈ ਕੋਈ ਅਸਰ ਨਹੀਂ ਕਰਦੀ, ਉੱਥੇ ਸਤਿਗੁਰ ਦੀ ਦੁਆ ਆਂਦੇ ਨੇ ਅਸਰ ਕਰਦੀ। ਉਹ ਸੱਚਪਾ ਦੇ ਚਰਨਾਂ ਜਾਣ ਕੇ ਦੁਆ ਕੀਤੀ ਉਹਨਾਂ ਨੇ, ਕਿਰਪਾ ਕਰੋ ਸਾਡੇ 'ਤੇ, ਸਾਡਾ ਬੱਚਾ ਜਿਹੜਾ ਉਹ ਬਚ ਜਾਵੇ। ਸੱਚ ਪਾਤਸ਼ਾਹ ਜੀ ਜਲ ਮੰਗਿਆ, ਜਲ ਲਿਆ ਕੇ ਥੋੜ੍ਹਾ ਜਿਹਾ ਆਪ ਛਕਿਆ। ਆਪ ਛਕ ਕੇ ਉਹ ਸੱਚ ਪਾਤਸ਼ਾਹ ਜੀ ਉਸ ਲੜਕੇ ਨੂੰ ਛਕਾਇਆ। ਜਦੋਂ ਉਹਨੂੰ ਸੀਤ ਪ੍ਰਸ਼ਾਦ ਛਕਾਇਆ ਅਤੇ ਉਹ ਲੜਕੇ ਦੀਆਂ ਜਿਹੜੀਆਂ ਅੱਖਾਂ ਸਨ ਉਹ ਬੰਦ ਸਨ, ਪੁੱਠੀਆਂ ਹੋ ਗਈਆਂ ਸਨ। ਉਹ ਉਸੇ ਵੇਲੇ ਹੀ ਜਿਹੜੀਆਂ ਸੀ ਉਹ ਠੀਕ ਹੋਣ ਲੱਗ ਗਈਆਂ, ਮੋੜਾ ਪੈਣ ਲੱਗ ਗਿਆ। ਹੋਰ ਘੜੀ ਦੋ ਘੜੀਆਂ ਨੂੰ ਉਹ ਬੱਚੇ ਨੇ ਆਪ ਮੰਗ ਕੇ ਆਖਿਆ, ਮੈਨੂੰ ਭੁੱਖ ਲੱਗੀ ਏ, ਮੈਨੂੰ ਦਹੀਂ ਦੇ ਨਾਲ ਪ੍ਰਸ਼ਾਦਾ ਛਕਾਓ। ਉਹ ਬੱਚੇ ਨੂੰ ਇੱਦਾਂ ਲਿਖਿਆ ਕਿ ਉੱਥੇ ਫਿਰ ਪ੍ਰਸ਼ਾਦਾ ਛਕਾਇਆ ਗਿਆ। ਉਹ ਇਸੇ ਤਰ੍ਹਾਂ ਸੀਤ ਪ੍ਰਸ਼ਾਦ ਛਕ ਕੇ ਹੀ ਉਹ ਠੀਕ ਹੋ ਗਿਆ ਅਤੇ ਵਾਪਸ ਆਪਣੇ ਘਰ ਨੂੰ ਗਿਆ। ਸਤਿਗੁਰੂ ਹਰੀ ਸਿੰਘ ਜੀ ਦੌਰੇ 'ਤੇ ਗਏ, ਅੰਮ੍ਰਿਤਸਰ ਵਿਖੇ ਜਦੋਂ ਗਏ, ਉੱਥੇ ਜਾ ਕੇ ਭਾਈ ਗੁਰਦਿੱਤ ਸਿੰਘ ਜੀ ਸਨ, ਜਿਹਨੂੰ ਦਿੱਤੂ ਰਾਗੀ ਵੀ ਲਿਖਿਆ ਜਾਂਦਾ ਇਤਿਹਾਸ ਵਿੱਚ। ਉਹ ਮਰਾਸੀ ਸਨ, ਸਤਿਗੁਰੂ ਰਾਮ ਸਿੰਘ ਦੇ ਚਰਨਾਂ ਵਿੱਚ ਆਏ, ਬਹੁਤ ਸੋਹਣਾ ਰਾਗ ਕਰਦੇ ਸਨ, ਬੜੀ ਬਖਸ਼ਿਸ਼ ਸੀ। ਸੱਚ ਪਾਤਸ਼ਾਹ ਜੀ ਬਹੁਤ ਨਵਾਜਦੇ ਸਨ ਸਤਿਗੁਰੂ ਰਾਮ ਸਿੰਘ ਜੀ। ਉਹਨਾਂ ਨੇ ਸੱਚ ਪਾਤਸ਼ਾਹ ਦੇ ਚਰਨਾਂ ਵਿੱਚ ਅਰਜ਼ ਕੀਤੀ ਕਿ ਮੈਂ ਅੰਮ੍ਰਿਤ ਛਕ ਲਿਆ। ਕਿਉਂਕਿ ਜਦੋਂ ਸਤਿਗੁਰੂ ਹਰੀ ਸਿੰਘ ਦਾ ਸਮਾਂ ਆਇਆ ਨਾ, ਇਹ ਜਿਹੜੇ ਮਰਾਸੀ ਸਨ, ਜਿਹੜੇ ਭਾਈ ਦਿੱਤੂ ਜੀ, ਸੱਚ ਪਾਤਸ਼ਾਹ ਜੀ ਹੁਕਮ ਕੀਤਾ ਕਿ ਜਿੰਨੇ ਵੀ ਸਾਡੇ ਕੋਲ ਰਹਿ ਕੇ ਇੱਥੇ ਕੀਰਤਨ ਕਰਨਾ ਆ, ਉਹਨੂੰ ਅੰਮ੍ਰਿਤ ਛਕਣਾ ਪਵੇਗਾ। ਫਿਰ ਭਾਈ ਦਿੱਤੂ ਜੀ ਨੇ ਅੰਮ੍ਰਿਤ ਛਕ ਲਿਆ ਅਤੇ ਦਿੱਤੂ ਤੋਂ ਗੁਰਦਿੱਤ ਸਿੰਘ ਨਾਂ ਹੋਇਆ ਇਹਨਾਂ ਦਾ। ਸਤਿਗੁਰੂ ਪ੍ਰਤਾਪ ਸਿੰਘ ਦੇ ਉਪਦੇਸ਼ ਵਿੱਚ ਆਉਂਦਾ ਹੈ ਕਿ ਇੱਕ ਭਾਈ ਮਰਦਾਨਾ ਜੀ ਅਤੇ ਇੱਕ ਦਿੱਤੂ ਰਾਗੀ, ਇਹਨਾਂ ਦੋਨਾਂ ਨੇ ਮੰਗ ਕੇ ਇਹ ਗੱਲ ਅਰਜ਼ ਕੀਤੀ ਸੀ ਕਿ ਜਦੋਂ ਵੀ ਸਰੀਰ ਸਾਡਾ ਸ਼ਾਂਤ ਹੋਵੇ, ਸਾਡਾ ਸੰਸਕਾਰ ਕੀਤਾ ਜਾਵੇ, ਸਿੱਖੀ ਮਰਜ਼ਾਦਾ ਅਨੁਸਾਰ ਸਾਨੂੰ ਦੱਬਿਆ ਨਾ ਜਾਵੇ। ਅਤੇ ਇਹ ਦੋ ਸਿੱਖਾਂ ਨੇ ਇਸ ਤਰ੍ਹਾਂ ਜਦੋਂ ਸਤਿਗੁਰੂ ਰਾਮ ਸਿੰਘ ਜੀ ਪ੍ਰਦੇਸ਼ ਜਾਣਾ ਸੀ, ਜਾਣ ਤੋਂ ਪਹਿਲਾਂ ਗੁਰਦਿੱਤ ਸਿੰਘ ਜੀ ਭਾਵ ਦਿੱਤੂ ਰਾਗੀ ਨੇ ਅਰਜ਼ ਕੀਤੀ, ਪਾਤਸ਼ਾਹ ਜਾਂ ਤਾਂ ਮੇਰਾ ਸਰੀਰ ਅੰਮ੍ਰਿਤਸਰ ਸਾਹਿਬ ਛੁੱਟੇ, ਜਾਂ ਮੈਂ ਭੈਣੀ ਸਾਹਿਬ ਚੜ੍ਹਾਈ ਕਰਾਂ। ਜੇ ਮੈਂ ਆਪਣੇ ਪਿੰਡ ਜਾਂ ਕਿਸੇ ਹੋਰ ਪਾਸੇ ਚੜ੍ਹਾਈ ਕੀਤਾ ਤਾਂ ਉਹਨਾਂ ਨੇ ਮੈਨੂੰ ਦੱਬ ਦੇਣਾ ਆ, ਮੇਰਾ ਸੰਸਕਾਰ ਨਹੀਂ ਕਰਨਾ, ਇਸ ਕਰਕੇ ਕਿਰਪਾ ਕਰਿਓ। ਫਿਰ ਉਹ ਇਸੇ ਤਰ੍ਹਾਂ ਹੀ ਜਿਹੜਾ ਉਹਨਾਂ ਨੇ ਅਰਜ਼ ਕਰਕੇ ਮੰਗਿਆ ਸੀ, ਉਹਨਾਂ ਦਾ ਸਰੀਰ
ਸ੍ਰੀ ਅੰਮ੍ਰਿਤਸਰ ਸਾਹਿਬ ਸ਼ਾਂਤ ਹੁੰਦਾ ਹੈ, ਸਤਿਗੁਰੂ ਹਰੀ ਸਿੰਘ ਜੀ ਉਹਨਾਂ ਦਾ ਉੱਥੇ ਸੰਸਕਾਰ ਕਰਦੇ ਨੇ। ਫਿਰ ਉਹ ਦੌਰੇ ਤੋਂ ਸਤਿਗੁਰੂ ਹਰੀ ਸਿੰਘ ਜੀ ਵਾਪਸ ਆਉਂਦੇ ਨੇ। ਇਸ ਤਰ੍ਹਾਂ ਜਿਨ੍ਹਾਂ ਨੇ ਆਪਣੀ ਮਨੋਕਾਮਨਾ ਮਨ ਕਰਕੇ ਉਹਨਾਂ ਨੇ ਆਪਣੇ ਆਪ ਨੂੰ ਸਮਰਪਿਤ ਕੀਤਾ ਸਤਿਗੁਰੂ ਹਰੀ ਸਿੰਘ ਦੇ ਚਰਨਾਂ ਵਿੱਚ। ਜਦੋਂ ਇਹ ਦਿੱਤੂ ਰਾਗੀ ਜੀ ਦਾ ਸੰਸਕਾਰ ਹੋਇਆ, ਉਸ ਤੋਂ ਬਾਅਦ ਸਾਰੇ ਸਿੰਘ ਸਭੀਆਂ ਨੇ ਅਖਬਾਰਾਂ ਵਿੱਚ ਇਹ ਗੱਲ ਕਢਾ ਦਿੱਤੀ ਕਿ ਜਿਸ ਮਰਾਸੀ ਨੇ ਕੀਰਤਨ ਕਰਨਾ ਹੈ ਉਹਨੂੰ ਸੜਨਾ ਮਨਜ਼ੂਰ ਕਰਨਾ ਪਏਗਾ, ਅੰਮ੍ਰਿਤ ਛਕਣਾ ਪਏਗਾ, ਜਿਸ ਤਰ੍ਹਾਂ ਦਿੱਤੂ ਰਾਗੀ ਨੇ ਗੁਰਦਿੱਤ ਸਿੰਘ ਬਣ ਕੇ ਤੇ ਸੜਨਾ ਮਨਜ਼ੂਰ ਕੀਤਾ ਸੀ। ਸਾਧ ਸੰਗਤ ਜੀ, ਇਹ ਸਤਿਗੁਰੂ ਹਰੀ ਸਿੰਘ ਦਾ ਇਤਿਹਾਸ ਆਪ ਜੀ ਸਰਵਣ ਕਰ ਰਹੇ ਹੋ। ਸੱਚ ਪਾਤਸ਼ਾਹ ਜੀ ਕਿਰਪਾ ਕਰਨ, ਇਤਿਹਾਸ ਸੁਣਾਉਂਦਿਆਂ ਕੋਈ ਵਾਧਾ ਘਾਟਾ ਹੋ ਗਿਆ ਹੋਵੇ, ਮੈਂ ਖਿਮਾ ਦਾ ਜਾਚਕ ਹਾਂ। ਇੰਨਾ ਕੁਝ ਕਹਿੰਦਾ ਹੈ ਸਾਰੀ ਸਾਧ ਸੰਗਤ। ਸਤਿ ਸ੍ਰੀ ਅਕਾਲ।